ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੋਸ਼ਲ ਵਾਰ, ਜਿੱਥੇ ਗੱਲਬਾਤ ਤਮਾਮ ਉਹਨਾਂ ਖਬਰਾਂ ਤੇ ਵੀਡੀਓਜ਼ ਦੀ ਕਰਾਂਗੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਸੋ ਨਜ਼ਰ ਮਾਰਦੇ ਹਾਂ ਇਹਨਾਂ ਤਮਾਮ ਖਬਰਾਂ ਅਤੇ ਵੀਡੀਓਜ਼ ਦੇ ਉੱਪਰ। ਮੀਰਾਬਾਈ ਚਾਨੂ ਨੇ ਓਲੰਪਿਕਸ ਦੇ ਵਿੱਚ ਮੈਡਲ ਜਿੱਤਿਆ ਤਾਂ ਇੱਕ ਛੋਟੀ ਜਿਹੀ ਬੱਚੀ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਇੱਕ ਪਿਆਰੀ ਜਿਹੀ ਛੋਟੀ ਜਿਹੀ ਬੱਚੀ ਜਿਸ ਦੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਟੀਵੀ ਜੋ ਘਰ ਦੇ ਵਿੱਚ ਚੱਲ ਰਿਹਾ ਉਸ ਦੇ ਵਿੱਚ ਮੀਰਾਬਾਈ ਚਾਨੂ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਜਿਹੜੀ ਛੋਟੀ ਬੱਚੀ ਹੈ ਮੀਰਾਬਾਈ ਚਾਨੂ ਨੂੰ ਹੂਬਹੂ ਕਾਪੀ ਕਰਦੀ ਹੋਈ ਨਜ਼ਰ ਆ ਰਹੀ ਹੈ। ਪਿਆਰੀ ਜਿਹੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸਾਂਝਾ ਕਰਕੇ ਹਰ ਕੋਈ ਕਹਿ ਰਿਹਾ ਹੈ ਕਿ ਇਸ ਛੋਟੀ ਜਿਹੀ ਬੱਚੀ ਨੇ ਵੀ ਹੁਣ ਓਲੰਪਿਕ ਦੀ ਤਿਆਰੀ ਕਰ ਲਈ ਹੈ, ਇਹ ਵੀ ਮੈਡਲ ਲੈ ਕੇ ਆਵੇਗੀ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਹਨਾਂ ਨੇ ਪਹਿਲੀ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਹੈ। ਇਸ ਚਿੱਠੀ ਦੇ ਬਾਰੇ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ। ਇਸ ਚਿੱਠੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਕਿ ਪੰਜਾਬ ਦੀ ਲੀਡਰਸ਼ਿਪ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਪੰਜਾਬ ਦੇ ਇਸ ਸਮੇਂ ਜੋ ਕਾਫੀ ਜ਼ਰੂਰੀ ਮੁੱਦੇ ਨੇ ਉਹਨਾਂ ਦਾ ਜ਼ਿਕਰ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਚਿੱਠੀ ਦੇ ਵਿੱਚ ਕੀਤਾ ਗਿਆ ਹੈ, ਜਿੱਥੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਹਨਾਂ ਖਾਸ ਮੁੱਦਿਆਂ ਦਾ ਹੱਲ ਨਿਕਲਣਾ ਬੇहद ਜ਼ਰੂਰੀ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਹਿਲੀ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਹੈ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਉਹਨਾਂ ਨੂੰ ਲੀਡਰਸ਼ਿਪ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਸ ਬਾਰੇ ਦੱਸਿਆ ਗਿਆ। ਨਵਜੋਤ ਸਿੰਘ ਸਿੱਧੂ ਵੱਲੋਂ ਜੋ ਚਿੱਠੀ ਲਿਖੀ ਗਈ ਉਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਕੀਤੀ ਹੈ। ਇਸ ਚਿੱਠੀ ਦੇ ਵਿੱਚ ਸਿੱਧੂ ਲਿਖਦੇ ਨੇ, ਮਾਣਯੋਗ ਮੁੱਖ ਮੰਤਰੀ ਸ਼੍ਰੀਮਾਨ ਜੀ, ਪੰਜਾਬ ਨੂੰ ਅੱਜ ਫੈਸਲੇ ਲੈਣ ਦੇ ਵਿੱਚ ਦਲੇਰ, ਦ੍ਰਿੜ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਲੀਡਰਸ਼ਿਪ ਦੀ ਲੋੜ ਹੈ, ਜੋ ਹਰ ਪੰਜਾਬੀ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਦੇ ਲਈ ਵਚਨਬੱਧ ਹੋਵੇ। ਪੰਜਾਬ ਨੂੰ ਇਸ ਵੇਲੇ ਅਜਿਹੀ ਲੀਡਰਸ਼ਿਪ ਦੀ ਪਹਿਲਾਂ ਨਾਲੋਂ ਕਿਤੇ ਵੱਧ ਲੋੜ ਹੈ। ਹਰ ਪੰਜਾਬੀ ਨੂੰ ਇਨਸਾਫ ਦੇਣ ਦੇ ਨਕਸ਼ੇ ਅਰਥਾਤ ਹਾਈ ਕਮਾਂਡ ਦੇ ਦਿੱਤੇ 18 ਸੂਤਰੀ ਏਜੰਡੇ ਦੇ ਨਾਲ ਪੰਜਾਬ ਕਾਂਗਰਸ ਦੇ ਵਰਕਰ ਇੱਕਮਤ ਡਟ ਕੇ ਖੜੇ ਹਨ। ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਲਈ ਪੰਜਾਬ ਭਰ ਦੇ ਕਾਂਗਰਸ ਪਾਰਟੀ ਵਰਕਰਾਂ ਦੇ ਨਾਲ ਬਰਾਬਰ ਵਿਚਾਰ ਵਟਾਂਦਰਾ ਅਤੇ ਸਲਾਹ ਮਸ਼ਵਰਾ ਕਰਕੇ ਅਸੀਂ ਤੁਹਾਨੂੰ ਏਜੰਡੇ ਦੇ 18 ਨੁਕਤਿਆਂ ਦੇ ਵਿੱਚੋਂ ਇਹ 5 ਨੁਕਤੇ ਲਿਖ ਰਹੇ ਹਾਂ, ਜਿਨ੍ਹਾਂ ਉੱਪਰ ਸਰਕਾਰ ਨੂੰ ਤੁਰੰਤ ਪਹਿਲ ਦੇ ਆਧਾਰ ਤੇ ਕਾਰਵਾਈ ਕਰਨੀ ਚਾਹੀਦੀ ਹੈ। ਨੰਬਰ 1, ਪੰਜਾਬ ਦੇ ਲੋਕ, ਪੰਜਾਬ ਦੀ ਰੂਹ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਹੋਈ ਪੁਲਿਸ ਗੋਲੀਬਾਰੀ ਪਿਛਲੇ ਮੁੱਖ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇ ਰੂਪ ਦੇ ਵਿੱਚ ਇਨਸਾਫ ਮੰਗ ਰਹੇ ਹਨ। ਨੰਬਰ 2, ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦੇ ਵਿੱਚ ਦਰਜ ਨਸ਼ਾ ਤਸਕਰੀ ਪਿਛਲੇ ਵੱਡੇ ਮਗਰਮੱਛਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ। ਨੰਬਰ 3, ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਅਤੇ ਅਸੀਂ ਸਭ ਕੇਂਦਰ ਦੇ 3 ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ। ਇਸੇ ਲਈ ਪੰਜਾਬ ਸਰਕਾਰ 3 ਕਾਲੇ ਕਾਨੂੰਨਾਂ ਦੀਆਂ ਕੁਝ ਧਾਰਾਵਾਂ ਦੇ ਵਿੱਚ ਸਿਰਫ ਸੋਧਾਂ ਦੀ ਹੀ ਸਿਫਾਰਿਸ਼ ਨਾ ਕਰੇ, ਬਲਕਿ ਇਹ ਐਲਾਨ ਦਿਆਂ ਕਿ ਇਹ ਕਿਸੇ ਵੀ ਕੀਮਤ ਉੱਪਰ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਗੇ। ਉਹ ਕਾਲੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਨਕਾਰੇ। ਅਸੀਂ ਜਿਵੇਂ ਸਤਲੁਜ ਯਮੁਨਾ ਲਿੰਕ ਦੇ ਕੇਸ ਦੇ ਵਿੱਚ ਕੀਤਾ ਸੀ, ਵਿਧਾਨ ਸਭਾ ਵੱਲੋਂ ਇਸ ਤਰ੍ਹਾਂ ਦੀ ਹੀ ਦਲੇਰੀ ਵਾਲੇ ਹੱਲ ਦੀ ਅੱਜ ਬੇਹੱਦ ਲੋੜ ਹੈ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਦੇ ਲਈ ਵਿਧਾਇਕ ਤਿਆਰ ਨੇ। ਨੰਬਰ 4, 2017 ਦੀਆਂ ਚੋਣਾਂ ਮੌਕੇ ਨੁਕਸਦਾਰ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਦੇ ਤੁਹਾਡੇ ਕੀਤੇ ਵਾਅਦਿਆਂ ਨੂੰ ਵੀ ਸਾਡੀ ਸਰਕਾਰ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਖਜ਼ਾਨੇ ਨੂੰ ਹੋਰ ਖੋਰਾ ਨਾ ਲੱਗੇ। ਨੰਬਰ 5, ਅੱਜ 20 ਤੋਂ ਵੱਧ ਜਥੇਬੰਦੀਆਂ ਰਾਜ ਭਰ ਦੇ ਵਿੱਚ ਧਰਨੇ ਤੇ ਹਨ। ਇਸ ਲਈ ਸਭ ਨੂੰ ਸੁਣਨ ਨੂੰ ਤਿਆਰ ਅਤੇ ਸਰਬੱਤ ਦੇ ਭਲੇ ਖਾਤਰ ਕਦਮ ਚੁੱਕਣ ਵਾਲੀ ਲੀਡਰਸ਼ਿਪ ਦੀ ਲੋੜ ਹੈ। ਲਾਜ਼ਮੀ ਹੈ ਕਿ ਸਰਕਾਰ ਗੱਲਬਾਤ ਅਤੇ ਸਲਾਹ ਮਸ਼ਵਰੇ ਦੇ ਲਈ ਦਰਵਾਜ਼ੇ ਖੋਲ੍ਹੇ ਅਤੇ ਆਪਣੀ ਵਿੱਤੀ ਸਾਧਨਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਕੁਝ ਕਰੇ। ਨਿਰਣਾਇਕ ਫੈਸਲੇ ਲਏ ਬਿਨਾਂ ਕਦੇ ਵੀ ਕੋਈ ਮਹਾਨ ਪ੍ਰਾਪਤੀ ਹਾਸਲ ਨਹੀਂ ਹੁੰਦੀ। ਅਸੀਂ ਤੁਹਾਨੂੰ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਦੇ ਹਾਂ। ਧੰਨਵਾਦ, ਤੁਹਾਡਾ ਸ਼ੁਭਚਿੰਤਕ।
ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਕਾਂਗਰਸ ਪਾਰਟੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਘੇਰਿਆ ਗਿਆ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿੱਥੇ ਉਹਨਾਂ ਨੇ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕੀਤਾ ਹੈ। ਖਾਸ ਕਰ ਜੋ ਗੱਲ ਕਹੀ ਜਾਂਦੀ ਹੈ ਕਿ ਪਿਛਲੀ ਸਰਕਾਰ ਵੱਲੋਂ ਪੰਜਾਬ ਦਾ ਖਜ਼ਾਨਾ ਖਾਲੀ ਕੀਤਾ ਗਿਆ, ਇਸ ਮੁੱਦੇ ਤੇ ਬੋਲਦੇ ਹੋਏ ਵਿਕਰਮ ਮਜੀਠੀਆ ਨਜ਼ਰ ਆਏ ਨੇ। ਵਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਕਿਹਾ ਹੈ ਕਿ ਕਾਂਗਰਸ ਤਾਂ ਮੁੰਨੀ ਤੋਂ ਵੀ ਵੱਧ ਬਦਨਾਮ ਹੈ। ਦਾ ਵੱਡਾ ਚੇਲਾ ਆਸਾਰਾਮ ਦਾ ਭਗਤ ਭਾਵੇਂ ਪੱਪੂ ਰਾਹੁਲ ਗਾਂਧੀ ਨੇ ਲਾਤਾ, ਮਗਰ ਕਾਂਗਰਸ ਤਾਂ ਹਲੇ ਵੀ ਮੁੰਨੀ ਨਾਲੋਂ ਵੱਧ ਬਦਨਾਮ ਹੈ। ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ 'ਚ ਲੋਕਾਂ ਤੱਕ ਜਾਣਗੀਆਂ ਕਿ ਇਸ ਤਰ੍ਹਾਂ ਲੋਕੀ ਮੂਰਖ ਨਹੀਂ ਬਣਾਈ ਜਾਂਦੇ। ਦੇਖੋ, ਕਾਰਵਾਈ ਇੱਕ ਦੇ ਖਿਲਾਫ ਕਿਉਂ ਮੰਗਦੇ ਆ? ਜਿਹਨੇ ਗਲਤ ਕੰਮ ਕੀਤਾ ਅੱਜ ਦੂਜੇ ਦੀ ਵੀ ਆਈ ਖੜੀ ਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਕਿੰਨੀ ਵਾਰੀ ਉਠਾਇਆ। 150 ਕਰੋੜ ਦਾ ਚੂਨਾ, 125 ਕਰੋੜ ਲਿਖਿਆ, ਮਗਰ ਜੇ ਉਸ ਤੇ ਅਸਲੀ ਜਾ ਕੇ ਉਹਦੀ ਇਨਕੁਆਇਰੀ ਹੋਵੇ ਤੇ ਟੋਟਲ ਜੇ ਖਜ਼ਾਨੇ ਨੂੰ ਚੂਨੇ ਦੀ ਗੱਲ ਹੈ ਉਹ 400 ਕਰੋੜ ਰੁਪਏ ਦਾ ਇੱਕ ਮਹਿਕਮੇ ਦੀ ਹੈ ਜਿਹੜੀ JCT ਇਲੈਕਟ੍ਰੋਨਿਕਸ ਹੈ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਹ 'ਚ ਬੜੇ ਸਪਸ਼ਟ ਇਹ ਗੱਲ ਕਰਦੀ ਹੈ ਕਿ ਜਦੋਂ ਵੀ ਇਹ ਮਿਲ ਵਿਕੂਗੀ ਉਹਦਾ 150-200 ਕਰੋੜ ਤਾਂ ਕੱਲਾ ਮਹਿਕਮੇ ਨੂੰ ਆਉਣਾ, ਮਗਰ ਫਿਰ ਜੇ ਤੁਸੀਂ ਜ਼ਮੀਨ ਵੇਚੋਗੇ, ਜੇ ਨਾਲ ਦੀ ਜ਼ਮੀਨ ਉੱਥੇ ਊਡਾ ਆਕਸ਼ਨ ਕਰ ਰਹੀ ਹੈ 30,000 ਤੇ ਇਹ 5,000 ਤੇ ਕਿਉਂ ਦੇ ਰਹੇ? ਔਰ ਕਿਉਂ ਨਹੀਂ ਉਹ ਪੈਸੇ ਜਮ੍ਹਾਂ ਕਰਾਏ ਗਏ? ਐਡੀ ਵੱਡੀ ਧਾਂਦਲੀ, ਉਹਦੀ ਵੀ ਮੈਂ ਤੁਹਾਨੂੰ ਫੁੱਲ ਇੱਕ ਪ੍ਰੋਪਰ ਤਰੀਕੇ ਨਾਲ ਉਹਦੀ ਬਰੀਫਿੰਗ ਦੇਵਾਂਗੇ। ਬਹੁਤ ਵੱਡੀ ਧਾਂਦਲੀ ਇੱਕ ਵਜ਼ੀਰ ਦੀ ਨਿਕਲੀ ਨਹੀਂ। ਘੱਟੋ ਘੱਟ ਮਾਈਨਿੰਗ ਮਾਫੀਆ ਜਿਹੜਾ ਅੱਜ ਕਹਿੰਦੇ ਨਵੇਂ ਪ੍ਰਧਾਨ ਦਾ ਦਫ਼ਤਰ ਵੀ ਚਲਾਊਗਾ, ਸਭ ਕੁਝ ਕਰੂਗਾ, ਅੱਜ ਉਹ ਸਾਰੇ ਪਵਿੱਤਰ ਹੋ ਗਏ ਜਦੋਂ ਇੱਧਰ ਚੜ ਗਏ। ਅੱਜ ਉਹ ਮੁੱਦੇ ਕਿੱਧਰ ਗਏ? ਇਸ ਲਈ ਇਸ ਤਰ੍ਹਾਂ ਲੋਕਾਂ ਦਾ ਮੂਰਖ ਨਹੀਂ ਬਣਾਇਆ ਜਾ ਸਕਦਾ। ਉਹ ਜਿਹੜੇ ਸ਼ਰਾਬ ਨਾਲ 250 ਮੌਤਾਂ ਹੋਈਆਂ ਸਨ, ਅੱਜ ਜੇ ਇੱਧਰ ਆ ਕੇ ਖਲੋਗੇ ਤੇ ਉਹ ਸ਼ਰਾਬ ਮਾਫੀਆ ਹੁਣ ਇਹਨਾਂ ਤੇ ਮਿਹਰ ਹੋ ਗਈ, ਇਹਨਾਂ ਦੀ ਸੌਦੇ ਸਾਹ ਤੇ ਚੇਲੇ ਜੀ ਨਵਜੋਤ ਸਿੰਘ ਸਾਹ ਦੀ ਉੱਤੇ ਆਸ਼ੀਰਵਾਦ ਹੋ ਗਿਆ। ਇਸ ਤਰ੍ਹਾਂ ਗੱਡੀ ਚੱਲਣੀ ਨਹੀਂ। ਦੇਖੋ, ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਲੜਾਈ ਸਿਰਫ ਕੁਰਸੀ ਦੀ ਸੀ, ਮੁੱਦਿਆਂ ਦੀ ਨਹੀਂ ਸੀ। ਕਿਉਂਕਿ ਉਹ ਲੋਕ ਜਿਹੜੇ ਜਿਹਨੂੰ ਕਹਿੰਦੇ ਚੋਰਾਂ ਦੀ ਬਰਾਤ, ਉਹ ਤਾਂ ਸਾਰੀ ਹੁਣ ਇੱਧਰ ਮਗਰ ਖਲੋਤੀ ਹੈ। ਹੁਣ ਇਹ ਠੀਕ ਹੋ ਗਏ ਸਾਰੇ ਜਿਹੜੇ ਭੱਜ ਗੱਡੀਆਂ ਚਲਾ ਰਹੇ ਆ, ਜਿਹੜੇ ਡਰਾਮਾ ਕਰ ਰਹੇ, ਕੰਮ ਤਾਂ ਸਾਰਾ 4-4.5 ਸਾਲ ਉਹਨਾਂ ਨੇ ਗਾਹ ਪਾ ਛੱਡਿਆ। ਦੇਖੋ, ਤੁਸੀਂ ਅੱਜ ਮੁੱਖ ਮੰਤਰੀ ਦਾ ਜ਼ਿੰਮੇਵਾਰ ਹੈ ਹੀ, ਮਗਰ ਜਿਹੜੇ ਉਹਦੇ ਨਾਲ 18 ਕੈਬਨਿਟ ਦਾ ਵਜ਼ੀਰ ਸਨ ਜਾਂ ਜਿਹੜੇ 70-75-80 MLA ਸੀ, ਜਿਹੜੇ ਕੱਲ ਤੱਕ ਕਹਿੰਦੇ ਸੀ ਕਿ ਸਾਡਾ ਕੈਪਟਨ ਪੰਜਾਬ ਦਾ ਇੱਕੋ ਕੈਪਟਨ, ਅੱਜ ਜੇ ਉਹ ਇੱਧਰ ਆ ਗਏ ਤੇ ਕੀ ਉਹਨਾਂ ਦੇ ਕਾਰਨਾਮਿਆਂ ਤੇ ਪਰਦੇ ਪੈ ਜਾਣਗੇ? ਕਹਿੰਦਾ ਅਮਰੀਕਾ ਫੇਲੋ, ਜਿੱਥੇ ਮਰਜ਼ੀ ਫੇਲੋ, ਉਹ ਧਨ ਨਾ ਜਾਖੜ ਜਿਹੜਾ ਥੁੱਕ ਨਾਲ ਭਰਤਾ ਫੇਰ ਵੀ ਹਲੇ ਹੌਸਲੇ ਨਾਲ ਬੈਠਿਆ। ਮਤਲਬ ਇੱਧਰਲਾ ਵੀ ਜਦਾਇਆ ਕਰੂ ਨਾ, ਇੱਧਰ ਵਾਲਾ ਤੁਹਾਡਾ MLA, ਇਹਨੂੰ ਵੀ ਨੁਹਾ ਧੁਆ ਕੇ ਫੇਰ ਕਹੀਂ ਭਾਊ ਇੱਧਰ ਆਵੀਂ। ਇੱਕ ਪਾਸੇ ਤਾਂ ਆਪਾਂ ਕਹਿੰਦੇ ਮੂੰਹ ਢੱਕ ਕੇ ਰੱਖੋ, ਕਰੋਨਾ ਉਹ ਨਾ ਹੋ ਜੇ, ਉਹ ਛੜਿਆ ਵੀ ਥੁੱਕੀ ਜਾਂਦਾ, ਪਤਾ ਨਹੀਂ ਕੀ ਕ੍ਰਾਈਟੇਰੀਆ ਨਹੀਂ ਤਾਂ ਵਧੇਗੀ, ਵੱਧ ਗਈ ਕੰਮ ਤਾਂ ਰੌਲਾ ਤਾਂ ਵਧਣਾ ਹੀ ਵਧਣਾ। ਸੱਚ ਸਾਹਮਣੇ ਆਊ, ਮਗਰ ਹੁਣ ਜਿਹੜਾ ਲੁਕਾਉਂਦੇ ਸੀ ਨਾ ਕਲੀਨ ਚਿੱਟਾਂ, ਹੁਣ ਨਹੀਂ ਦਿੱਤੀਆਂ ਜਾਣੀਆਂ ਕਲੀਨ। ਦੇਖੋ ਹਾਲੇ ਦਿਨ ਕਿੰਨੇ ਹੋਏ ਆ, ਰਾਣਾ ਸੋਢੀ ਦਾ ਆ ਗਿਆ ਸਾਹਮਣੇ, ਜੱਗ ਜ਼ਾਹਿਰ ਹੈ। ਇਹਨਾਂ ਤੇ ਤਾਂ ਮਤਲਬ ਕਾਰਵਾਈ ਹੋਣੀ ਚਾਹੀਦੀ ਸੀ, ਕਈਆਂ ਨੇ ਜਿਨ੍ਹਾਂ ਤੇ ਪਰਦੇ ਪੈ ਗਏ। ਯਾਰ, ਇੱਕ ਮਹਿਕਮੇ ਦਾ ਵਜ਼ੀਰ, ਇੰਡਸਟਰੀ ਦਾ ਮਿਨਿਸਟਰ 400 ਕਰੋੜ ਖੁਰਤ-ਬੁਰਤ ਕਰ ਜੇ, ਕੀ ਉਹ ਤੇ ਕਾਰਵਾਈ ਨਹੀਂ ਬਣਦੀ? ਮਾਈਨਿੰਗ ਮਾਫੀਆ ਦਾ ਹਜ਼ਾਰਾਂ ਕਰੋੜ ਖੁਰਤ-ਬੁਰਤ ਹੋ ਗਿਆ, ਕੀ ਕਾਰਵਾਈ ਨਹੀਂ ਬਣਦੀ? ਸ਼ਰਾਬ ਮਾਫੀਆ ਦੀ ਕੈਬਨਿਟ 'ਚ ਰੌਲਾ ਪੈ ਜੇ, ਮਗਰ ਬਾਹਰ ਆ ਕੇ ਉਹ ਤੋਂ ਖੁਰਤ-ਬੁਰਤ ਕਰਤਾ ਜਾਵੇ। ਇਸੇ ਤਰ੍ਹਾਂ ਆ ਜਿਹੜਾ MLA ਜਿਹੜਾ ਕਹਿੰਦਾ ਸੀ ਹੁਣ ਇਸ ਤਰ੍ਹਾਂ ਸਿੱਕਾ ਵੱਜੂ, ਉਹ ਦਰਸ਼ਨ ਬਰਾੜ, ਹੁਣ ਦੱਸੇ ਕਿਸ ਤਰ੍ਹਾਂ ਵੱਜੂ? ਦੇਖੋ, ਕਿਸੇ ਨੂੰ ਤੁਸੀਂ ਕੋਈ ਦੇਖੋ ਸਧਾਰਨ ਬੰਦਾ ਇੱਥੇ ਫੋਰੈਸਟ ਲੈਂਡ 'ਚ ਕੋਈ ਚੀਜ਼ ਬਣਾ ਕੇ ਵਿਖਾਵੇ, ਉਹਨੇ ਫੋਰੈਸਟ ਲੈਂਡ 'ਚ ਕਰੈਸ਼ਰ ਵੀ ਲਾਇਆ। ਉਹ ਜਿਸ ਦਿਨ ਅਸੀਂ ਰੇਡ ਕੀਤੀ ਉਸ ਦਿਨ ਕਿਵੇਂ ਭੱਜੇ ਉੱਥੋਂ ਸਾਰੇ। ਰਾਹ 'ਚ ਵੇਖੋ ਬਦਮਾਸ਼ੀ ਕਿਸ ਲੈਵਲ ਦੀ ਕੀਤੀ ਕਿ ਰਾਹ ਪੁੱਟ ਤੇ ਪੰਚਾਇਤੀ ਰਾਹ, ਔਰ ਉਸ ਤੇ 2020 ਦਾ ਸਰਕਾਰੀ ਮਹਿਕਮੇ ਨੇ 1.5 ਕਰੋੜ ਦਾ ਉੱਥੇ ਉਹ ਪਾਇਆ ਹੋਇਆ ਪੈਨਲਟੀ।
ਉਹ ਨਹੀਂ ਅੱਜ ਤੱਕ ਦਿੱਤੀ, ਬਲਕਿ ਉੱਤੋਂ ਕ੍ਰੈਸ਼ਰ ਚਲਾਈ ਗਿਆ। ਉਹ ਪੈਨਲਟੀ ਨੂੰ ਕਰਦੇ ਕਰਦੇ ਕ੍ਰਿਮੀਨਲ ਪਰਚੇ ਕਿਉਂ ਨਹੀਂ ਦਰਜ ਹੋ ਰਹੇ? ਹਾਂਜੀ ਹਾਂ, ਪਰ ਪਰਚੇ ਸਾਡੇ ਤੇ ਦੇਤੇ। ਹੁਣ ਸਾਨੂੰ ਤਾਂ ਕੋਈ ਨਹੀਂ, ਸਾਡੇ ਤੇ 100 ਦੇ ਦਿਓ, ਮਗਰ ਅਸਲੀਅਤ ਤਾਂ ਸਾਹਮਣੇ ਆ ਗਈ, ਹੁਣ ਹੋ ਗਏ ਨਾ। ਇਸ ਲਈ ਭਰਾ ਲੈ ਹੌਲੀ ਹੌਲੀ ਦੇਖ ਅੱਗੇ ਹੁੰਦਾ ਕੀ। ਜਿੱਦਣ ਇਹ ਬਿੱਲ ਪਾਸ ਹੋਣੇ ਸੀ ਉਦੋਂ ਇਹ ਕਾਂਗਰਸ ਦੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਿਉਂ ਭੱਜੇ ਦੇਸ਼ ਛੱਡ ਕੇ? ਔਰ ਇਹਨਾਂ ਨੇ ਆਪਣੇ ਐਮਪੀਆਂ ਨੂੰ ਵਿਪ ਕਿਉਂ ਨਹੀਂ ਜਾਰੀ ਕੀਤੀ ਉਸ ਦਿਨ ਕਿ ਤੁਸੀਂ ਇਹਦਾ ਵਿਰੋਧ ਕਰਨਾ? ਇਹ ਵਾਕਆਊਟ ਕਰ ਗਏ। ਔਰ ਉਹੀ ਕੰਮ ਰਾਜ ਸਭਾ 'ਚ ਹੋਇਆ। ਯੂਪੀਏ ਕਾਂਗਰਸ ਲੈਡ ਅਲਾਇੰਸ ਦੀ ਗਿਣਤੀ ਐਨਡੀਏ ਨਾਲੋਂ ਉਸ ਦਿਨ ਵੱਧ ਸੀ। ਬਿੱਲ ਸਿਰਫ ਇਸ ਲਈ ਪਾਸ ਹੋਏ ਰਾਜ ਸਭਾ 'ਚ ਕਿਉਂਕਿ ਕਈ ਕਾਂਗਰਸੀ ਗੈਰ ਹਾਜ਼ਰ ਹੋ ਗਏ। ਉਸ ਦਿਨ ਰਾਹੁਲ ਗਾਂਧੀ ਸੋਨੀਆ ਗਾਂਧੀ ਨੇ ਵਿਪ ਜਾਰੀ ਕਿਉਂ ਨਾ ਕੀਤਾ? ਅੱਜ ਤੁਸੀਂ ਟਰੈਕਟਰ ਚਲਾ ਲਓ, ਜੋ ਮਰਜ਼ੀ ਕਰ ਲਓ, ਲੋਕੀ ਇਸ ਤਰ੍ਹਾਂ ਮੂਰਖ ਨਹੀਂ ਬਣਾਏ ਜਾਣੇ। ਔਰ ਦੂਜੀ ਗੱਲ, ਜੋ ਤੋਮਰ ਸਾਹਿਬ ਦੀ ਜਾਂ ਇਸ ਤੋਂ ਪਹਿਲਾਂ ਬੀਬੀ ਲੇਖੀ ਦੀ ਜੋ ਬਿਆਨਬਾਜ਼ੀ ਆ ਰਹੀ ਹੈ ਕਿਸਾਨਾਂ ਪ੍ਰਤੀ, ਦੇਸ਼ ਦੇ ਅੰਨਦਾਤਾ ਪ੍ਰਤੀ, ਉਹ ਬਹੁਤ ਹੀ ਨਿੰਦਣਯੋਗ ਹੈ। ਔਰ ਭਾਜਪਾ ਦੀ ਮਾਨਸਿਕਤਾ ਇਸ ਗੱਲ ਤੋਂ ਬਾਹਰ ਨਿਕਲ ਕੇ ਆਉਂਦੀ ਹੈ ਕਿ ਇੱਕ ਪਾਸੇ ਗੱਲ ਕਰਦੇ ਆ ਤੇ ਦੂਜੇ ਪਾਸੇ ਜਦ ਗੱਲ ਇਹਨਾਂ ਨੂੰ ਮੁਕਾਈ ਨਹੀਂ ਜਾਂਦੀ, ਫਿਰ ਇਹਨਾਂ ਨੂੰ ਕਦੇ ਵਿਚੋਲੀਆ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ ਕੁਛ। ਇਹ ਜਿਹਾ ਕੰਮ ਇਹਨਾਂ ਨੂੰ ਨਾ ਕਰਦੇ ਹੋ। ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ। ਠੀਕ ਹੈ ਜੀ। ਦੇਖੋ, ਮੈਨੂੰ ਪਹਿਲਾਂ ਤਾਂ ਇਸ ਮਸਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਮਾ ਸਮਾਂ ਲੜਾਈ ਲੜੀ ਸੀ ਔਰ ਸਾਰੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਚਾਹੀਦੀ। ਚਲੋ ਕੁਛ ਨੂੰ ਮਿਲੀ। ਇਹ ਮੈਂ ਸਮਝਦਾ ਕਿ ਸਾਡੇ ਵਰਕਰਾਂ ਦੀ ਜਿਹੜੇ ਉਸ ਹਲਕੇ 'ਚ ਜਿਨ੍ਹਾਂ ਨੇ ਪੈਰਵਾਈ ਕੀਤੀ ਆ, ਇਹ ਉਹਨਾਂ ਦੀ ਇੱਕ ਕਿਸਮ ਦੀ ਉਹਨਾਂ ਦੀ ਸੁਣਵਾਈ ਹੋਈ ਆ। ਮਗਰ ਅਫਸੋਸ ਇਸ ਗੱਲ ਦਾ ਕਿ ਜਿਹੜਾ ਉਸ ਵੇਲੇ, ਹੁਣ ਪਤਾ ਨਹੀਂ ਠੋਕੋ ਤਾਲੀ ਕਹੀਏ ਕਿ ਠੁੱਕ ਸਿੱਟਣ ਵਾਲਾ ਪ੍ਰਧਾਨ ਕਹੀਏ, ਉਹਨੇ ਕਿਹਾ ਸੀ ਕਿ ਮੈਂ ਇਹਨਾਂ ਨੂੰ ਗੋਦ ਲਵਾਂ, ਬੱਚਿਆਂ ਨੂੰ। ਕਿੰਨਿਆਂ ਨੂੰ ਗੋਦ ਲਿਆ ਜੀ? ਇੱਕ ਨੂੰ ਨਹੀਂ। ਮੈਂ ਇਹਨਾਂ ਦੀ ਸਾਰੀ ਐਜੂਕੇਸ਼ਨ ਦੇ ਪੈਸੇ ਦਊਂ, ਕਿੰਨਿਆਂ ਨੂੰ ਦਿੱਤਾ ਜੀ? ਇੱਕ ਨੂੰ ਨਹੀਂ। ਜਿਹੜੇ ਦੇਖੋ ਕਿਸੇ ਦੀ ਸਾਰੀ ਜ਼ਿੰਦਗੀ ਜਿਨ੍ਹਾਂ ਦੀ ਕਮਾਉਣ ਵਾਲਾ ਇਨਸਾਨ ਉਹਨਾਂ ਦੇ ਪਰਿਵਾਰ ਦਾ ਚਲੇ ਜਾਵੇ, ਮੌਕੇ ਦੀ ਨਜ਼ਾਕਤ ਦਾ ਫਾਇਦਾ ਉਠਾਓ। ਉਹ ਤਾਂ ਵੈਸੇ ਤਸਵੀਰ ਉਦੋਂ ਹੀ ਸਪਸ਼ਟ ਹੋ ਗਈ ਜਦੋਂ ਇਹਨਾਂ ਨੇ ਕੈਂਡਲ ਮਾਰਚ ਕੀਤਾ ਸੀ ਤੇ ਸਾਰੇ ਕਾਂਗਰਸੀ ਵਿੱਚੇ ਥੁੱਕ ਸੱਟਣ ਵਾਲਾ ਤੇ ਵਿੱਚੇ ਜਾਖੜ ਹੋਰੀ ਸਾਰੇ ਦੰਦੀਆਂ ਕੱਢਦੇ ਸੀ। ਉਦੋਂ ਹੀ ਇਹਨਾਂ ਦੀ ਮਾਨਸਿਕਤਾ ਬਾਹਰ ਨਿਕਲ ਆ ਗਈ ਸੀ ਕਿ ਇਹਨਾਂ ਨੇ ਕਰਨਾ ਕਰਾਉਣਾ ਕੁਛ ਨਹੀਂ। ਚਲੋ ਅੱਜ ਜੇ ਕੈਪਟਨ ਸਾਹਿਬ ਨੇ ਇਹਨਾਂ ਨੂੰ ਨੌਕਰੀ ਦੇ ਦਿੱਤੀ, ਮੈਂ ਕੈਪਟਨ ਸਾਹਿਬ ਨੂੰ ਅਪੀਲ ਕਰਦਾ ਕਿ ਨੌਕਰੀ ਨਾਲ ਇਕੱਲੇ ਨਾਲ ਮਸਲਾ ਹੱਲ ਨਹੀਂ ਹੋਣਾ, ਬਾਕੀਆਂ ਨੂੰ ਵੀ ਦਿਓ। ਜੋ ਆਰਥਿਕ, ਜੋ ਉਹਨਾਂ ਦੀ ਟਰਾਮਾਟਾਈਜ਼ਡ ਹੋਇਆ, ਜੋ ਉਹਨਾਂ ਦੀ ਦਿਮਾਗੀ ਨੁਕਸਾਨ ਹੋਇਆ, ਆਰਥਿਕ ਨੁਕਸਾਨ ਹੋਇਆ, ਉਸ ਦੀ ਵੀ ਭਰਪਾਈ ਕਰੋ। ਔਰ ਜੋ ਗੱਲ ਕਹੀ ਗਈ ਸੀ ਕਿ ਮੈਂ ਐਜੂਕੇਸ਼ਨ ਦਾ ਖਰਚਾ, ਮੈਂ ਇਹਨਾਂ ਨੂੰ ਗੋਦ ਲਊਂਗਾ, ਮੈਂ, ਕਿਉਂਕਿ ਕਈ ਪਰਮਾਨੈਂਟਲੀ ਡਿਸੇਬਲ ਹੋ ਗਏ ਆ, ਕੁਝ ਕਰਨ ਜੋਗੇ ਨਹੀਂ, ਉਹਨਾਂ ਨੂੰ ਕੁਝ ਨਹੀਂ ਮਿਲਿਆ। ਉਹਨਾਂ ਦੇ ਵਾਸਤੇ ਕਿਵੇਂ ਸਰਕਾਰ ਬਾਂਹ ਫੜੂਗੀ? ਇੱਕ ਤਾਂ ਹੋਵੇ ਤੇ ਜਿਨ੍ਹਾਂ ਦੇ ਕਰਕੇ ਹਾਦਸਾ ਵਾਪਰਿਆ ਉਹ ਅੱਜ ਤੱਕ ਕ੍ਰਿਮੀਨਲ ਐਕਸ਼ਨ ਨੂੰ escape ਕਰ ਰਹੇ, ਉਹਨਾਂ ਦੀ ਅੱਜ ਵੀ ਮਦਦ ਕੀਤੀ ਜਾ ਰਹੀ। ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਹੋਵੇ ਕਿ ਗਾਂ ਕੋਈ ਇਹੋ ਜਿਹੀ ਗਲਤੀ ਨਾ ਕਰੇ ਕਿ ਕਿਵੇਂ ਬਗੈਰ ਪਰਮਿਸ਼ਨ ਤੋਂ ਰੇਲਵੇ ਫਾਟਕ ਦੇ ਨੇੜੇ ਦੁਸ਼ਹਿਰਾ ਮਨਾਉਣ ਦਿੱਤਾ ਗਿਆ, ਕਿਵੇਂ ਉੱਥੇ ਪੁਲਿਸ ਪਹੁੰਚ ਗਈ, ਕਿਵੇਂ ਉੱਥੇ ਫਾਇਰ ਬ੍ਰਿਗੇਡ ਪਹੁੰਚ ਗਏ। ਇਹ ਮਹਿਕਮੇ ਜਿਹਨੇ ਸਾਰੀ ਰੜੀ ਮਿਲੀ ਭੁੱਖ ਸੀ, ਉਹਦੇ ਤੇ ਕਾਰਵਾਈ ਜੇ ਹੋਊਗੀ ਤੇ ਗਾਂ ਕੋਈ ਇਹੋ ਜਿਹੀ ਗਲਤੀ ਨਹੀਂ ਕਰੂਗਾ, ਨਹੀਂ ਤਾਂ ਹਾਦਸਾ ਤਾਂ ਫੇਰ ਵਾਪਰ ਜੂਗਾ। ਟੋਕੀਓ ਓਲੰਪਿਕਸ ਦੇ ਵਿੱਚ ਮੀਰਾਬਾਈ ਚਾਨੂ ਵੱਲੋਂ ਭਾਰਤੀਆਂ ਦਾ ਨਾਮ ਰੌਸ਼ਨ ਕੀਤਾ ਗਿਆ, ਜਿੱਥੇ ਉਹਨਾਂ ਨੇ ਵੇਟ ਲਿਫਟਿੰਗ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਇਹ ਮੈਡਲ ਜਿੱਤਣ ਤੋਂ ਬਾਅਦ ਮੀਰਾਬਾਈ ਚਾਨੂ ਜਦੋਂ ਭਾਰਤ ਦੇ ਵਿੱਚ ਵਾਪਸ ਆਈ ਹੈ ਤੇ ਹਰ ਕਿਸੇ ਵੱਲੋਂ ਬੜੇ ਹੀ ਜੋਸ਼ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਸੜਕਾਂ ਦੇ ਉੱਪਰ ਲੋਕ ਨਜ਼ਰ ਆਏ, ਹੱਥਾਂ ਦੇ ਵਿੱਚ ਉਹਨਾਂ ਦੇ ਬੈਨਰ ਫੜੇ ਹੋਏ ਸੀ, ਤਾੜੀਆਂ ਦੇ ਨਾਲ ਮੀਰਾਬਾਈ ਚਾਨੂ ਦਾ ਸਵਾਗਤ ਕੀਤਾ ਗਿਆ। ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਹਰ ਕਿਸੇ ਵੱਲੋਂ ਇਸ ਨੂੰ ਅੱਗੇ ਤੋਂ ਅੱਗੇ ਸਾਂਝਾ ਕੀਤਾ ਜਾ ਰਿਹਾ ਹੈ। kita tutup sih, dari mana tuh?
ਮਨਜੀਤ ਸਿੰਘ ਜੀਕੇ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ ਨੇ। ਜੀ ਹਾਂ, ਮਨਜੀਤ ਸਿੰਘ ਜੀਕੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਕਈ ਇਲਜ਼ਾਮ ਮਨਜਿੰਦਰ ਸਿਰਸਾ ਦੇ ਉੱਪਰ ਲਗਾਏ ਨੇ। ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰੂ ਦੀ ਗੋਲਕ ਦੇ ਨਾਲ ਇਲੈਕਸ਼ਨ ਦੀ ਚੋਣ ਲੜੀ ਜਾਵੇਗੀ। ਇਸ ਤਰ੍ਹਾਂ ਦੇ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਨੇ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਨੂੰ ਫਾਇਦਾ ਉਹਨਾਂ ਵੱਲੋਂ ਪਹੁੰਚਾਇਆ ਜਾ ਰਿਹਾ ਹੈ। ਕਿਸ ਤਰ੍ਹਾਂ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਇਹ ਵੀ ਜ਼ਿਕਰ ਉਹਨਾਂ ਨੇ ਆਪਣੀ ਇਸ ਵੀਡੀਓ ਦੇ ਵਿੱਚ ਕੀਤਾ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਹੈ ਕਿ ਨਾਨਕ ਮੱਤਾ ਗੁਰਦੁਆਰਾ ਸਾਹਿਬ ਡਾਂਸ ਹੋਇਆ ਜਦੋਂ ਮੁੱਖ ਮੰਤਰੀ ਉੱਥੇ ਮੱਥਾ ਟੇਕਣ ਆਂਦਾ, ਉੱਥੇ ਲੜਕੀਆਂ ਨੇ ਡਾਂਸ ਕੀਤਾ ਔਰ ਬੜਾ ਸਖਤ ਨੋਟਿਸ ਲਿਆ ਔਰ 3 ਮੈਂਬਰੀ ਕਮੇਟੀ ਬਣਾਈ ਹੈ ਜਿਹਦੀ ਮੀਟਿੰਗ ਵੀ ਸ਼ਾਇਦ ਅਗਲੇ 1-2 ਦਿਨ 'ਚ ਹੈ। ਮੈਂ ਪੁੱਛਣਾ ਚਾਹੁੰਦਾ ਜਥੇਦਾਰ ਸਾਹਿਬ, ਜਦੋਂ ਰਕਾਬਗੰਜ ਗੁਰਦੁਆਰਾ ਸਾਹਿਬ 'ਚ ਲੱਖੀ ਸ਼ਾਹ ਬੰਜਾਰਾ ਦੀਵਾਨ ਹਾਲ ਦੇ ਵਿੱਚ ਜਦੋਂ ਲੱਚਰ ਗਾਣੇ ਤੇ ਡਾਂਸ ਕਰਾਏ ਗਏ ਮਨਜਿੰਦਰ ਸਿੰਘ ਸਿਰਸਾ ਤੋਂ, ਅਸੀਂ ਤੁਹਾਨੂੰ ਕੰਪਲੇਂਟ ਦਿੱਤੀ ਸੀ। ਜੇ ਉਸ ਤੇ ਐਕਸ਼ਨ ਹੋਇਆ ਹੁੰਦਾ ਨਾ ਤੇ ਅੱਜ ਕਿਸੇ ਦੀ ਮਜਾਲ ਜਾਂ ਜ਼ਰੂਰਤ ਨਹੀਂ ਸੀਗੀ ਕਿ ਨਾਨਕ ਮੱਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਦੇ ਉੱਤੇ ਇਹੋ ਜਿਹੇ ਲੱਚਰ ਨਾਚ ਗਾਣੇ ਇੱਕ ਚੀਫ ਮਿਨਿਸਟਰ ਦੇ ਆਉਣ ਦੇ ਉੱਤੇ ਕੀਤੇ ਜਾਂਦੇ। ਮੈਂ ਸਮਝਦਾ ਵਾਂ ਕਿ ਜਿਹੜਾ ਟਾਈਮ ਸਿਰ ਐਕਸ਼ਨ ਜਥੇਦਾਰ ਸਾਹਿਬ ਨਹੀਂ ਲਿਆ ਜਾਂਦਾ, ਕਰਪਸ਼ਨ ਦੇ ਕਿੱਡੇ ਇਹਦੀਆਂ ਸ਼ਿਕਾਇਤਾਂ ਕਿੰਨੇ ਤੁਹਾਨੂੰ ਨਹੀਂ ਦਿੱਤੀਆਂ। ਅਮਿਤਾਭ ਬੱਚਨ ਦੇ ਪੈਸਿਆਂ ਤੋਂ ਲੈ ਕੇ ਇਹਦੀ ਗੋਲਕ ਚੋਰੀ ਤੋਂ ਲੈ ਕੇ ਕੁਝ ਨਹੀਂ ਕੀਤਾ। ਅੱਜ ਕੋਰਟ ਨੇ ਇਸ ਨੂੰ ਗੋਲਕ ਚੋਰ ਕਹਿ ਦਿੱਤਾ। ਅੱਜ ਕੋਰਟ ਨੇ ਇਸ ਦੇ ਉੱਤੇ LOC ਕਿ ਹਿੰਦੁਸਤਾਨ ਛੱਡ ਕੇ ਨਾ ਜਾ ਸਕੇ। ਮੈਂ ਸਮਝਦਾ ਵਾਂ ਜਿਸ ਤਰੀਕੇ ਨਾਲ ਇਹ ਇਲੈਕਸ਼ਨ 'ਚ ਗੁਰੂ ਦੀ ਗੋਲਕ ਦੇ ਨਾਲ ਇਲੈਕਸ਼ਨ ਲੜਦਾ ਪਿਆ, ਗੁਰੂ ਦੀ ਗੋਲਕ 'ਚੋਂ ਫੰਡ ਵਰਤ ਕੇ ਗੁਰੂ ਦੀ ਗੋਲਕ ਦੇ ਵਿੱਚੋਂ ਪੋਸਟਰ, ਬੈਨਰ, ਲੰਗਰ, ਪੈਸੇ, ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ। ਲੇਕਿਨ ਇੱਥੋਂ ਤੱਕ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪੇਜ ਹੈ ਫੇਸਬੁੱਕ ਦਾ, ਉਹ ਸਿਰਫ ਧਾਰਮਿਕ ਕੰਮਾਂ ਲਈ ਹੋਣਾ ਚਾਹੀਦਾ। ਅੱਜ ਬਾਦਲ ਦਲ ਦੀਆਂ ਵੋਟਾਂ ਮੰਗਣ ਵਾਸਤੇ ਲੋਗੋ ਲਾ ਕੇ ਉੱਥੇ ਵੀਡੀਓ 'ਚ ਮੈਂ ਵੀ ਇਲੈਕਸ਼ਨ ਲੜੀ ਸੀਗੀ, ਲੇਕਿਨ ਕਦੀ ਅਸੀਂ ਧਾਰਮਿਕ ਪੇਜ, ਧਾਰਮਿਕ ਸਟੇਜ, ਧਾਰਮਿਕ ਗੁਰੂ ਦੀ ਗੋਲਕ ਅਸੀਂ ਕਦੀ ਇਲੈਕਸ਼ਨ 'ਚ ਨਹੀਂ ਵਰਤੀ ਸੀ। ਸਿਰਸਾ ਸਾਹਿਬ, ਮੈਨੂੰ ਲੱਗਦਾ ਕਿ ਜਿਹੜੇ ਤੁਸੀਂ ਜੁਮਲੇ ਛੱਡਦੇ ਰਹੇ ਹੋ ਨਾ, ਜੁਮਲਿਆਂ ਦੀ ਬਾਰਿਸ਼ ਜਿਹੜੀ ਹੈ ਉਹ ਸਾਰੀ ਖਤਮ ਹੋ ਚੁੱਕੀ ਹੈ। ਸਟਾਫ ਦੀ ਤਨਖਾਹਾਂ ਤੁਹਾਡੇ ਤੋਂ ਨਹੀਂ ਦਿੱਤੀਆਂ ਜਾ ਰਹੀਆਂ। ਹਾਈ ਕੋਰਟ ਨੇ ਤੁਹਾਨੂੰ ਬੁਲਾਇਆ ਸੀਗਾ, ਟੀਚਰਾਂ ਦੀ ਤਨਖਾਹ ਲਈ ਤੁਸੀਂ ਕੱਲ ਪੇਸ਼ ਨਹੀਂ ਹੋਏ। ਹੁਣ 30 ਜੁਲਾਈ ਨੂੰ ਤੁਹਾਨੂੰ ਫਿਰ ਸੱਦਿਆ ਗਿਆ ਔਰ ਜੱਜ ਸਾਹਿਬ ਜਿਹੜੇ ਸੀਗੇ ਜਸਟਿਸ ਕਾਮੇਸ਼ਵਰ ਰਾਓ, ਬੜਾ ਸਖਤ ਉਹਨਾਂ ਨੇ ਇਹ ਤੁਹਾਡੇ ਖਿਲਾਫ ਮੈਂ ਸਮਝਦਾ ਕਿ ਆਰਡਰ ਪਾਸ ਕੀਤਾ ਹੈ। ਮੇਰੇ ਤੇ ਕੇਸ ਪਏ ਸੀ ਨਾ, ਤੁਸੀਂ ਨਕਲੀ ਕਾਗਜ਼ ਬਣਵਾ ਕੇ ਪਾਏ ਸੀਗੇ। ਕੇਸ ਪੈਣ ਤੋਂ ਪਹਿਲੇ ਮੈਂ ਜ਼ਮੀਰ ਨਹੀਂ ਮਰਿਆ ਸੀ, ਮੈਂ ਅਸਤੀਫਾ ਦੇ ਕੇ ਆ ਗਿਆ ਸੀ। ਤੁਹਾਡੇ ਤੇ 3 ਕੇਸ ਪੈ ਜਾਣ, ਤੁਹਾਡੇ ਤੇ ਕੋਰਟ LOC ਜਾਰੀ ਕਰ ਦੇਵੇ ਕਿ ਤੁਸੀਂ ਦੇਸ਼ ਛੋੜ ਕੇ ਨਹੀਂ ਜਾ ਸਕਦੇ। ਅੱਜ ਦਿੱਲੀ ਸ਼ਹਿਰ ਦੀਆਂ ਜਿਹੜੀਆਂ ਅਖਬਾਰਾਂ, ਹਿੰਦੁਸਤਾਨ ਦੀਆਂ ਅਖਬਾਰਾਂ ਦੀ ਹੈਡਲਾਈਨਾਂ ਔਰ ਜਿਹੜੀਆਂ ਮੈਂ ਸਮਝਦਾ ਵਾਂ ਕਿ TV ਚੈਨਲਾਂ ਦੀ ਹੈਡਲਾਈਨਾਂ ਨੇ, ਜਿਹੜੀ ਤੁਹਾਡੀ LOC ਬਾਰੇ ਆਏ ਨੇ, ਪਹਿਲੀ ਦਫਾ ਸਿਟਿੰਗ ਪ੍ਰਧਾਨ ਦੇ ਉੱਤੇ LOC ਜਾਰੀ ਹੋਈ ਹੈ। ਮੈਂ ਸਮਝਦਾ ਸਿੱਖਾਂ ਨੂੰ, ਤੁਸੀਂ ਕਮਿਊਨਿਟੀ ਨੂੰ ਤੁਸੀਂ ਸ਼ਰਮਸਾਰ ਕੀਤਾ। ਜ਼ਮੀਰ ਦੀ ਆਵਾਜ਼, ਕਿਉਂਕਿ ਜ਼ਮੀਰ ਹੈ ਨਹੀਂ, ਸੁਣੋਗੇ ਕਿੱਥੋਂ? ਨਾ ਤੁਸੀਂ ਤੇ ਨਾ ਬਾਦਲ ਪਰਿਵਾਰ ਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਿੱਠ ਕਿ ਸਿਰਸਾ ਸਾਹਿਬ, ਤੁਸੀਂ ਕਿਸੇ ਵੀ ਏਅਰਪੋਰਟ ਤੇ ਜਾਓਗੇ ਤੁਹਾਨੂੰ ਬੋਰਡਿੰਗ ਪਾਸ ਇਸ਼ੂ ਨਹੀਂ ਹੋਏਗਾ, ਸਗੋਂ ਜੇਲ੍ਹ ਦਾ ਰਾਹ ਦਿਖਾ ਦਿੱਤਾ ਜਾਏਗਾ। ਮੈਨੂੰ ਪੂਰੀ ਉਮੀਦ ਹੈ ਕਿ ਜਿਹੜੀ ਜੁਮਲੇਬਾਜ਼ੀ, ਜਿਹੜੀ ਗੁਰੂ ਦੀ ਗੋਲਕ ਦੀ ਦੁਰਵਰਤੋਂ, ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ, ਜਿਹੜੀ ਡੇਰੇ ਨੂੰ ਮਾਫੀ ਦਿੱਤੀ ਹੋਵੇ, ਵੱਡੀਆਂ ਅਵਗਿਆ ਇਤਿਹਾਸ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਹੋਵੇ, 22 ਅਗਸਤ ਨੂੰ ਜਦੋਂ ਵੋਟਾਂ ਪੈਣਗੀਆਂ, ਦਿੱਲੀ ਦੀ ਸੰਗਤ ਵੀ ਤੁਹਾਨੂੰ ਬੋਰਡਿੰਗ ਪਾਸ ਨਹੀਂ ਦੇਗੀ ਗੁਰਦੁਆਰਾ ਕਮੇਟੀ ਦੇ ਐਂਟਰ ਕਰਨ ਦਾ, ਤੁਹਾਨੂੰ ਵੀ ਬਾਹਰ ਦਾ ਰਸਤਾ ਦਿੱਲੀ ਦੀ ਸੰਗਤ ਵੀ ਦਿਖਾਏਗੀ। ਇੱਕ ਪਾਸੇ ਸੰਸਦ ਦਾ ਮੌਨਸੂਨ ਇਜਲਾਸ ਚੱਲ ਰਿਹਾ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਰੋਜ਼ਾਨਾ ਆਪਣੀ ਸੰਸਦ ਲਗਾਈ ਜਾਂਦੀ ਹੈ। ਕਿਸਾਨੀ ਮੁੱਦਾ ਇਸ ਸੰਸਦ ਦੇ ਵਿੱਚ ਚੁੱਕਿਆ ਜਾਂਦਾ ਹੈ। ਇਸ ਸੰਸਦ ਦੇ ਵਿੱਚ ਪੰਜਾਬ ਦੇ, ਹਰਿਆਣਾ ਦੇ ਜਾਂ ਫਿਰ UP ਦੇ ਕਿਸਾਨ ਨਹੀਂ ਬਲਕਿ ਵੱਖ-ਵੱਖ ਸੂਬਿਆਂ ਦੇ ਕਿਸਾਨ ਪਹੁੰਚ ਰਹੇ ਨੇ। ਇਸ ਦੀ ਜਾਣਕਾਰੀ ਵੀ ਕਿਸਾਨਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਰੋਜ਼ਾਨਾ ਵੱਖ-ਵੱਖ ਸੂਬਿਆਂ ਤੋਂ ਕਿਸਾਨ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਕਿਸਾਨੀ ਸੰਸਦ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਅੱਜ ਜਿਹੜਾ ਲਗਭਗ ਚੌਥਾ ਦਿਨ ਸੀ ਕਿਸਾਨ ਸੰਸਦ ਦਾ ਜਿਹੜਾ ਚੱਲਿਆ,
ਔਰ ਅੱਜ ਪਿਛਲੇ ਕੱਲ ਔਰਤਾਂ ਦੀ ਜਿਹੜੀ ਦਿਨ ਸੀਗਾ ਜਿਹੜਾ ਕਿਸਾਨ ਸੰਸਦ ਲਈ ਰਿਜ਼ਰਵ ਕੀਤਾ ਗਿਆ ਸੀ, ਉਸ 'ਚ ਵੀ ਐਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਐਕਟ 2020 ਤੇ ਚਰਚਾ ਹੋਈ ਸੀ। ਅੱਜ ਵੀ ਉਸੇ ਤੇ ਚਰਚਾ ਹੋਈ ਆ ਔਰ ਇਸ ਤੇ ਲਗਭਗ 62 ਦੇ ਕਰੀਬ ਕਿਸਾਨ ਸਪੀਕਰ ਬੋਲੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਪਹਿਲੇ ਸਪੀਕਰ ਅੱਜ ਦੇ ਬੰਬੇ ਹਾਈ ਕੋਰਟ ਦੇ ਫਾਰਮਰ ਚੀਫ ਜਸਟਿਸ ਕੌਲਸੇ ਪਾਟਲ ਸਾਹਿਬ ਸੀਗੇ। ਤੋ ਇਹ ਇੱਕ ਵੱਡੀ ਪ੍ਰਾਪਤੀ ਹੈ ਇਸ ਅੱਜ ਦੀ ਸੰਸਦ ਦੀ ਔਰ ਉਹਨਾਂ ਨੇ ਬਹੁਤ ਬਰੀਕੀ 'ਚ ਇਸ ਗੱਲ ਦੇ ਉੱਪਰ ਰੱਖਿਆ ਕਿ ਕਿਵੇਂ ਇਹ ਕਾਨੂੰਨ ਕਿਸਾਨ ਵਿਰੋਧੀ, ਦੇਸ਼ ਵਿਰੋਧੀ, ਇਹਦੀ ਅਨਾਜ ਸੁਰੱਖਿਆ ਦੇ ਵਿਰੋਧੀ ਹੈ। ਤੋ ਅੱਜ ਇਸ ਦੇ ਉੱਪਰ ਇੱਕ ਰੈਜ਼ੋਲੂਸ਼ਨ ਵੀ ਹੈ ਜਿਹੜਾ ਉਹ ਮੂਵ ਹੋਣ ਚੱਲਿਆ। ਹੁਣੇ ਤੁਸੀਂ ਦੇਖ ਰਹੇ ਹੋ ਸਾਡੇ ਪਿੱਛੇ ਕਿਸਾਨ ਸੰਸਦ ਚੱਲ ਰਹੀ ਹੈ ਔਰ 62 ਸਪੀਕਰਸ ਦੀ ਲਿਸਟ ਹੈ, ਬਸ ਲਗਭਗ ਉਹ ਸਮਾਪਤ ਹੋਣ ਵਾਲੇ ਨੇ ਔਰ ਰੈਜ਼ੋਲੂਸ਼ਨ ਮੂਵ ਹੋਏਗਾ। ਉਮੀਦ ਹੈ ਕਿ ਇਹ ਸੰਸਦ ਵੀ ਇਸ ਐਕਟ ਨੂੰ ਜਿਹੜਾ ਐਸੈਂਸ਼ੀਅਲ ਕਮੋਡਿਟੀ 'ਚ 1955 ਦੇ ਐਕਟ 'ਚ ਅਮੈਂਡਮੈਂਟ ਕੀਤੀ ਹੈ, ਨਾ ਸਿਰਫ ਉਹਨੂੰ ਰਿਪੀਲ ਕਰੇਗੀ ਬਲਕਿ ਪਾਰਲੀਮੈਂਟ ਨੂੰ, ਇਸ ਦੇਸ਼ ਦੀ ਕਨਸਟੀਟਿਊਸ਼ਨਲ ਪਾਰਲੀਮੈਂਟ ਨੂੰ ਇਹ ਡਾਇਰੈਕਟ ਕਰੇਗੀ ਕਿ ਕਿਸਾਨਾਂ ਦੀ ਆਵਾਜ਼ ਸੁਣੀ ਜਾਵੇ ਔਰ ਇਸ ਨੂੰ ਰਿਪੀਲ ਕੀਤਾ ਜਾਵੇ। ਇਸ ਮਾਮਲੇ ਤੇ ਲਗਾਤਾਰ ਪ੍ਰੋਸੀਡਿੰਗਸ ਅੱਗੇ ਵਧ ਰਹੀਆਂ ਨੇ। ਅੱਜ ਕਰਨਾਟਕਾ ਤੋਂ, ਤਾਮਿਲਨਾਡੂ ਤੋਂ, ਈਵਨ ਤਾਮਿਲਨਾਡੂ ਤੋਂ ਤਾਂ ਪ੍ਰੈਜ਼ੀਡੀਅਮ 'ਚ ਸੀਗੇ, ਪਹਿਲੇ ਸੈਸ਼ਨ ਦੇ ਸਪੀਕਰ ਸੀ ਜਿਹੜੇ PR ਪਾਂਡੀਆਨ, ਉਹ ਤਾਮਿਲਨਾਡੂ ਤੋਂ ਸੀਗੇ। तो आज तमिलनाडु तो, कर्नाटका तो, बिहार तो, महाराष्ट्र तो और मध्य प्रदेश तो, राजस्थान तो लगभग अज कह सकते हैं कि पैन इंडिया जिहड़ी प्रेजेंस है वो अज किसान संसद दे विच नज़र आई है। तो अज दी ये दिहाड़ी कामयाब रही है और उम्मीद है कि ये इसे तरह मुकाम जारी रहूगा। कल कॉन्ट्रैक्ट एक्ट है जिहड़ा फार्मर प्रोड्यूस के उपर एम्पावरमेंट ਜਾਂ प्रोटैक्शन के नाम हेठ ਜਿਹੜਾ ਲਿਆਂਦਾ ਗਿਆ कॉन्ट्रैक्ट खेती का एक्ट है, ਉਹਦੇ ਤੇ ਚਰਚਾ ਹੋਣੀ ਹੈਗੀ ਆ। ਕੱਲ ਉਹ ਸ਼ਡਿਊਲ 'ਚ ਲਿਸਟਡ ਹੈ। तो ਅੱਜ ਇਹ किसान संसद ਅੱਜ ਦਾ दिन अपने आखिरी मुकाम ਤੇ और ਅੱਗੇ ਵੱਧ ਰਿਹਾ और एक सफल ਮੀਂਹ ਦੇ बावजूद ਮੀਂਹ ਸੀ, ਇਸ ਸਭ ਦੇ ਬਾਵਜੂਦ ਕਿਸਾਨ ਸੰਸਦ ਚਾਹੇ ਸਾਰੇ ਮੈਂਬਰਾਂ ਦਾ ਹੌਸਲਾ ਤੇ ਦ੍ਰਿੜਤਾ ਬਰਕਰਾਰ ਰਹੀ। ਉਹਨਾਂ ਨੇ ਮੀਂਹ ਦੇ ਬਾਵਜੂਦ ਆਪਣਾ ਅਮਲ ਜਾਰੀ ਰੱਖਿਆ ਹੈ। ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੂੰ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਘੇਰਿਆ ਹੈ। ਜੀ ਹਾਂ, ਅਕਸ਼ੇ ਕੁਮਾਰ ਵੱਲੋਂ ਕਾਰਗਿਲ ਵਿਜੇ ਦਿਵਸ ਦੇ ਮੌਕੇ ਦੇ ਉੱਪਰ ਜਿਹੜੇ ਭਾਰਤ ਦੇ ਜਵਾਨ ਨੇ ਉਹਨਾਂ ਦੇ ਵਾਸਤੇ ਪੋਸਟ ਸਾਂਝੀ ਕੀਤੀ ਗਈ, ਪਰ ਇਸ ਦਾ ਜਵਾਬ ਜਿਹੜਾ ਹੈ ਕਿਸਾਨਾਂ ਵੱਲੋਂ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦਾ ਕਿਸਾਨ ਹੈ ਤਾਂ ਜਵਾਨ ਹੈ, ਜੇ ਜਵਾਨ ਹੈ ਤਾਂ ਕਿਸਾਨ ਹੈ। ਜੀ ਹਾਂ, ਅਕਸ਼ੇ ਕੁਮਾਰ ਵੱਲੋਂ ਕਿਸਾਨੀ ਹੱਕ ਦੀ ਗੱਲ ਨਹੀਂ ਕੀਤੀ ਗਈ। ਪੰਜਾਬ ਦੇ ਨਾਲ ਅਕਸ਼ੇ ਕੁਮਾਰ ਸੰਬੰਧਿਤ ਨੇ, ਇਸ ਕਰਕੇ ਕਿਸਾਨਾਂ ਦਾ ਉਹਨਾਂ ਦੇ ਲਈ ਕਾਫੀ ਜ਼ਿਆਦਾ ਗੁੱਸਾ ਹੈ। ਪਹਿਲਾਂ ਵੀ ਅਕਸ਼ੇ ਕੁਮਾਰ ਦੇ ਉੱਪਰ ਸਮੇਂ-ਸਮੇਂ ਦੇ ਉੱਪਰ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਇੱਕ ਵਾਰ ਫਿਰ ਤੋਂ ਇੱਕ ਸਲਾਹ ਜਿਹੜੀ ਹੈ ਅਕਸ਼ੇ ਕੁਮਾਰ ਨੂੰ ਕਿਸਾਨਾਂ ਵੱਲੋਂ ਦਿੱਤੀ ਗਈ। ਕਿਸਾਨਾਂ ਵੱਲੋਂ ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੂੰ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਦੇ ਉੱਪਰ ਘੇਰਿਆ ਗਿਆ ਹੈ, ਜਿੱਥੇ ਕਿਸਾਨਾਂ ਵੱਲੋਂ ਅਕਸ਼ੇ ਕੁਮਾਰ ਨੂੰ ਇੱਕ ਸਲਾਹ ਦਿੱਤੀ ਗਈ ਹੈ। ਦਰਅਸਲ ਅਕਸ਼ੇ ਕੁਮਾਰ ਵੱਲੋਂ ਜੋ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕੀਤੀ ਗਈ, ਜੋ ਕਿ ਉਹਨਾਂ ਵੱਲੋਂ ਕਾਰਗਿਲ ਵਿਜੇ ਦਿਵਸ ਦੇ ਮੌਕੇ ਦੇ ਉੱਪਰ ਸਾਂਝੀ ਕੀਤੀ ਗਈ ਸੀ, ਇਸ ਦਾ ਜਵਾਬ ਕਿਸਾਨਾਂ ਵੱਲੋਂ ਦਿੱਤਾ ਗਿਆ ਹੈ। ਕਿਸਾਨਾਂ ਦਾ ਅਕਸ਼ੇ ਕੁਮਾਰ ਨੂੰ ਕਹਿਣਾ ਹੈ ਕਿ ਕਿਸਾਨ ਹੈ ਤਾਂ ਜਵਾਨ ਹੈ, ਜਵਾਨ ਹੈ ਤਾਂ ਕਿਸਾਨ ਹੈ, ਇਹ ਦੋਨੋਂ ਇੱਕ ਦੂਜੇ ਦੀ ਵਜ੍ਹਾ ਦੇ ਨਾਲ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਾਰਗਿਲ ਦੇ ਯੁੱਧ ਦੇ ਵਿੱਚ ਜਿਨ੍ਹਾਂ ਦੇ ਬੱਚਿਆਂ ਨੇ ਆਪਣੇ ਸੀਨੇ ਦੇ ਉੱਪਰ ਗੋਲੀਆਂ ਖਾਧੀਆਂ, ਉਹ ਬਾਰਡਰਾਂ ਦੇ ਉੱਪਰ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਪੰਜਾਬੀ ਗਾਇਕ ਗਿੱਪੀ ਗਰੇਵਾਲ ਅਕਸਰ ਹੀ ਆਪਣੇ ਬੇਟਿਆਂ ਦੇ ਨਾਲ ਜਦੋਂ ਮਸਤੀ ਕਰਦੇ ਨੇ, ਕਿਤੇ ਬਾਹਰ ਘੁੰਮਣ ਜਾਂਦੇ ਨੇ ਤਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਜ਼ਰੂਰ ਸਾਂਝੀਆਂ ਕਰਦੇ ਨੇ। ਅਜਿਹੀਆਂ ਇੱਕ ਵਾਰ ਫਿਰ ਤੋਂ ਉਹਨਾਂ ਦੀਆਂ ਵੀਡੀਓ ਸਨੈਪਚੈਟ ਦੇ ਉੱਪਰ ਦੇਖਣ ਨੂੰ ਮਿਲੀਆਂ, ਜਿੱਥੇ ਗਿੱਪੀ ਗਰੇਵਾਲ ਨੇ ਆਪਣੇ ਬੇਟਿਆਂ ਦੇ ਨਾਲ ਮਸਤੀ ਕੀਤੀ ਹੈ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਹਨਾਂ ਸਾਰੀਆਂ ਵੀਡੀਓਜ਼ ਨੂੰ ਸਾਂਝਾ ਵੀ ਕੀਤਾ ਹੈ। ਇਹ ਕੀ ਕਰ ਰਹੇ? ਨਹੀਂ ਕਰ ਰਹੇ। ट्रम्पेट ਕਿਹੜਾ ਟਰੰਪਟ? ट्रम्पेट ਇਹ ਕਿਹੜਾ ਤਰੀਕਾ ਟਰੰਪਟ ਕਰਨ ਦਾ? डोनाल्ड ट्रम्पेट आया चिट्टी घोड़ी सी ਚਿੱਟੀ ਕੀ ਸੀ? घोड़ी ਗੋਰੀ ਗੋਰੀ ਚਿੱਟੀ ਹੋਊਗੀ, और गोरी की होगी? बहुत चिट्टी सी या इन्नी चिट्टी ग्रे भी बन गई थोड़ी। ਕੀ ਆ? ग्रे ਗ੍ਰੇ ਕੀ? ग्रे नहीं पता किस नाम ਹਾਂ उदा दी लगदी इदा दी लगदी सी ਇੰਨੀ ਚਿੱਟੀ? हाँ इन्नी चिट्टी ਉਹ ਰਹਿਣ ਦੇ ਗੱਪਾਂ, ਮੋਟੇ ਦਿਮਾਗ।
ਥੈਂਕ ਯੂ ਮੋਟੇ ਦਿਮਾਗ ਤੇ ਕਿਉਂ ਥੈਂਕ ਯੂ ਵੱਡਾ ਦਿਮਾਗ ਮੋਟਾ ਜਿੰਨਾ ਮੋਟਾ ਉਹਨਾਂ ਵੱਡਾ ਓਏ ਮੋਟੇ ਦਿਮਾਗ ਹੁਣ ਤੈਨੂੰ ਕੀ ਦੱਸਾਂ ਮਤਲਬ ਤੇਰਾ ਘੁੱਗੂ ਦਿਮਾਗ ਆ ਗੋਰੀ ਚਿੱਟੀ ਕਦੇ ਕੁਛ ਮੋਟੇ ਦਿਮਾਗ ਨੂੰ ਥੈਂਕ ਯੂ ਕਹੀ ਜਾਂਦਾ ਤੁਹਾਨੂੰ ਪਤਾ ਇੱਕ ਮੀਮ ਸੀਗਾ ਹਨਾ ਤੇ ਉੱਥੇ ਲਿਖਿਆ ਸੀਗਾ ਨੋ ਟਰੰਪਟ ਹਨਾ ਤੇ ਪੇਪਰ ਨਾਲ ਲਿਖਿਆ ਸੀਗਾ ਤੇ ਈਟੀ ਫਾਲ ਹੋ ਗਿਆ ਸੀਗਾ ਗਿਰ ਗਿਆ ਤੇ ਫਿਰ ਲਿਖਿਆ ਸੀ ਨੋ ਟਰੰਪ ਫਿਰ ਉਹਨੇ ਕੀ ਲਿਖਿਆ ਨੋ ਟਰੰਪ ਬਣ ਗਿਆ ਜੀ ਹਾਂ ਫਿਰ ਨੋ ਟਰੰਪ ਬਣ ਗਿਆ ਤੇ ਫਿਰ ਉਹਨਾਂ ਨੇ ਐਡ ਕਰਤਾ ਸੀਗਾ ਡੋਨਲਡ ਟਰੰਪ ਤੇ ਡੋਨਲਡ ਟਰੰਪ ਦਾ ਸੀ ਆ ਦਾਦਰੀ ਯਾਰ ਜਿਹਦਾ ਜਿੰਨੇ ਵੀ ਇਨਵੈਂਟ ਕੀਤਾ ਹੈ ਬਕਵਾਸ ਦੀ ਸੌਸ ਕਿੰਨੀ ਗੰਦੀ ਸੌਸ ਹੈ ਕਿਉਂ ਬਹੁਤ ਗੰਦੀ ਹੈ ਟਰਾਈ ਕਰੋ ਮੈਂ ਕਿਉਂ ਟਰਾਈ ਕਰਾਂ ਜੇ ਗੰਦੀ ਆ ਤੁਸੀਂ ਕਹਿੰਦੇ ਕਿਉਂ ਠੀਕ ਹੈ ਅਬੇ ਮੈਂ ਨਹੀਂ ਟਰਾਈ ਕਰਨੀ ਹੈ ਕਿ ਮੈਂ ਕਿਉਂ ਗੰਦੀ ਸੌਸ ਹਾਂ ਕਿਵੇਂ ਆ ਆਹ ਸਵਿਮਿੰਗ ਕਰ ਲਈ ਤੇ ਓਏ ਹੋਏ ਕੀ ਪੀਣ ਲੱਗਿਆ ਪਦੂਨੇ ਪਾ ਕੇ ਕੀ ਕਰੀ ਜਾਣਾ ਗਿਰੂਗਾ ਗਲਾਸ ਹਵਾ 'ਚ ਆ ਅੱਧਾ ਗਲਾਸ ਹਵਾ 'ਚ ਆ ਪਤਾ ਨਹੀਂ ਕਿਹੜਾ ਬ੍ਰਾਊਨ ਮੁੰਡੇ ਕਰਦੇ ਬ੍ਰਾਊਨ ਮੁੰਡੇ ਕਰੀ ਬ੍ਰਾਊਨ ਮੁੰਡੇ ਕੀ ਕਰਦਾ ਨਾ ਐ ਬ੍ਰਾਊਨ ਮੁੰਡੇ ਹਾਂ ਬ੍ਰਾਊਨ ਮੁੰਡੇ ਓਏ ਸਟ੍ਰॉ ਨਹੀਂ ਬੜੀ ਯਾਰੀ ਮੁੰਡੇ ਤੋਂ ਬ੍ਰਾਊਨ ਮੁੰਡੇ ਤੋਂ ਸਟ੍ਰॉ ਨਹੀਂ ਬੜੀ ਯਾਰੀ ਦੇਖੋ ਗੰਦਾ अच्छी फ्राई है ना हाँ। थोड़ा सा टेस्ट करो मैं कीती है फ्राई खा ली मैं है अच्छी है बट ट्राई करो यार मैं क्यों करा मैं क्यों करा मैं रिकॉर्ड कर रहा वाह क्या बात है क्या फ्राई सॉल्टी होने चाहिए पोटैटो ही ते इन्होंने स्वीट बनाती ओ यार क्या बात है भाई जट्टा क्या बात है फ्राई तो कहते बस क्या ही बात है ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਦਿੱਤੀ ਹੈ ਕਿ ਅਕਾਲੀ ਦਲ ਅਤੇ 6 ਹੋਰ ਪਾਰਟੀਆਂ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ਦੇ ਵਿੱਚ ਇਹਨਾਂ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਕਿਸਾਨੀ ਮੁੱਦੇ ਦੇ ਵਿੱਚ ਦਖਲ ਦਿੱਤੀ ਜਾਵੇ। ਇਸ ਦੇ ਬਾਰੇ ਜੋ ਇੱਕ ਵੀਡੀਓ ਹੈ ਉਹ ਵੀ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ 6 ਹੋਰ ਪਾਰਟੀਆਂ ਨੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਅਤੇ ਪੈਗਾਸਸ ਮੁੱਦੇ ਦੇ ਉੱਪਰ ਵਿਚਾਰ ਵਟਾਂਦਰਾ ਕਰਨ ਲਈ ਨਿਰਦੇਸ਼ ਦੇਣ, ਜਿਨ੍ਹਾਂ ਨੂੰ ਪਾਰਲੀਮੈਂਟ ਅੰਦਰ ਚੁੱਕਣ ਦੇ ਵਿੱਚ ਸਰਕਾਰ ਵੱਲੋਂ ਵਿਘਨ ਪਾਇਆ ਜਾ ਰਿਹਾ ਹੈ। ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀ ਆਵਾਜ਼ ਸੁਣ ਕੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਅਸੀਂ ਪਿੱਛੇ ਨਹੀਂ ਹਟਾਂਗੇ। ਸੋਨੀਆ ਮਾਨ ਕਿਸਾਨੀ ਅੰਦੋਲਨ ਦੇ ਨਾਲ ਸ਼ੁਰੂ ਤੋਂ ਹੀ ਜੁੜੀ ਹੋਈ ਹੈ। ਹਰਿਆਣਾ ਦੇ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਉਹਨਾਂ ਨੇ ਕਿਸਾਨੀ ਮੁੱਦਾ ਚੁੱਕਿਆ ਹੈ ਤੇ ਹੁਣ ਸੋਨੀਆ ਮਾਨ ਪੰਜਾਬ ਦੇ ਵਿੱਚ ਪਹੁੰਚੀ ਹੈ। ਪਹਿਲੇ ਪਿੰਡ ਦੇ ਵਿੱਚ ਜਿੱਥੇ ਸੋਨੀਆ ਮਾਨ ਪਹੁੰਚੀ, ਵੱਡਾ ਇਕੱਠ ਉੱਤੇ ਦੇਖਣ ਨੂੰ ਮਿਲਿਆ। ਜਿਸ ਤਰ੍ਹਾਂ ਉਹਨਾਂ ਵੱਲੋਂ ਲੀਡਰਾਂ ਦੇ ਖਿਲਾਫ ਆਪਣੀ ਰਣਨੀਤੀ ਤਿਆਰ ਕੀਤੀ ਗਈ ਹੈ, ਪਿੰਡ ਵਾਸੀਆਂ ਦੀ ਇਸ ਕੰਮ ਦੇ ਲਈ ਸੋਨੀਆ ਮਾਨ ਤਾਰੀਫ ਕਰਦੀ ਹੋਈ ਨਜ਼ਰ ਆਈ। ਕਿਸਾਨ ਮੋਰਚੇ ਦੇ ਜਾ ਕੇ ਸਾਡੇ ਨਾਲ ਵੀ ਆ ਸਕਦੇ ਨੇ। ਅੱਜ ਮੈਂ ਦਿੱਲੀ ਤੋਂ ਟਿਕਰੀ ਬਾਰਡਰ ਤੋਂ ਉੱਠ ਕੇ ਮੈਂ ਹਰਿਆਣੇ ਵੀ ਜਾਣੀ ਆ, ਸਾਰੇ ਕਿਤੇ ਜਾਣੀ ਆ। ਇੱਥੇ ਮੈਂ ਵੀਰ ਹੁਣਾਂ ਨੂੰ ਰਿਕੁਐਸਟ ਕੀਤੀ ਕਿ ਅਸੀਂ ਮੁਹਾਲੀ ਦੇ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਸ਼ੁਰੂ ਕਰੀਏ। ਐਟਲੀਸਟ ਆਪਾਂ ਉਹਨਾਂ ਨੂੰ ਬੋਲੀਏ ਜਿੰਨੇ ਦਿਨ ਇੱਥੇ ਹੈਗੇ, ਜਿੰਨੇ ਦਿਨ ਪਾਰਲੀਮੈਂਟ ਚੱਲਦੀ ਹੈ ਦਿੱਲੀ, ਉਹਨੇ ਦਿਨ ਅਸੀਂ ਥੋੜੀ ਜਿਹੀ ਫ੍ਰੀ ਆ, ਅਸੀਂ ਇੱਥੇ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਐਜੂਕੇਟ ਕਰੀਏ ਲੋਕਾਂ ਨੂੰ ਜਾ ਕੇ ਕਿ ਤੁਸੀਂ ਆਪਣੀਆਂ ਇੱਕ ਤੇ ਪਹਿਲੀ ਗੱਲ ਆਪਣੀਆਂ ਜ਼ਮੀਨਾਂ ਨਾ ਵੇਚੋ। ਜੇ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਦੋਗੇ, ਪਿਛਲੇ ਪਿੰਡਾਂ ਦੇ ਵਿੱਚ ਮੈਂ ਗਈ, ਉੱਥੇ ਬਹੁਤ ਘੱਟ ਲੋਕੀ ਮਿਲੇ ਸਨ। ਇਹ ਸਭ ਮੈਂ ਤਾਂ ਇਹ ਕਿਹਾ ਇਹ ਮਾਣ ਵਾਲੀ ਗੱਲ ਹੈ ਕਿ ਇਹ ਪਿੰਡ ਸਭ ਤੋਂ ਜ਼ਿਆਦਾ ਐਜੂਕੇਟਿਡ ਹੈ। ਇੱਥੇ ਮੈਨੂੰ ਜ਼ਿਆਦਾ ਬੋਲਣ ਦੀ ਲੋੜ ਹੈ। ਮਤਲਬ ਇਹਦੀ ਬੀਬੀਆਂ ਦੀ ਵੀ ਸ਼ਮੂਲੀਅਤ ਇੰਨੀ ਜ਼ਿਆਦਾ ਹੈ। ਮੈਨੂੰ ਫਖਰ ਹੁੰਦਾ ਹੈ ਕਿ ਮੈਂ ਮਾਈ ਭਾਗੋ ਜੀ ਦੀ ਗੱਲ ਕਰਦੀ ਹਾਂ। ਮੈਂ ਟਿਕਰੀ ਬਾਰਡਰ ਦੇ ਉੱਤੇ ਮਾਈ ਭਾਗੋ ਜੀ ਦੇ ਨਾਮ ਦੇ ਉੱਤੇ ਟੈਂਟਸ ਬਣਾਏ ਨੇ, ਰਾਈਟ। ਤੇ ਮੈਂ ਆਪਣੇ ਆਪ ਨੂੰ ਕਹਿੰਦੀ ਕਿ ਅਸੀਂ ਮਾਈ ਭਾਗੋ ਜੀ ਦੀਆਂ ਗੱਲਾਂ ਫੋਟੋਆਂ ਨਾਲ ਲਾਈਏ, ਉਹਨਾਂ ਦੀ ਇੱਕ ਸੋਚੀ ਹੋਈ ਉਹਨਾਂ ਦੀ ਸੋਚ ਤੇ ਵੀ ਚੱਲੀਏ ਕਿ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਖੁੱਲੇ ਸੀਗੇ। ਇਸ ਕਰਕੇ ਉਹਨਾਂ ਨੇ ਸਿੰਘਾਂ ਨੂੰ ਕਿਹਾ ਸੀਗਾ ਤੁਸੀਂ ਚੂੜੀਆਂ ਪਾ ਲਓ, ਅਸੀਂ ਉਸੇ ਤਰੀਕੇ ਨਾਲ ਅੱਗੇ ਲਾ ਕੇ ਮੋਟੀਵੇਟ ਕਰ ਸਕਦੇ ਹਾਂ। ਪਰ ਮੈਨੂੰ ਬਾਕੀ ਪਿੰਡਾਂ ਦੇ ਵਿੱਚ ਨਾ ਬੀਬੀਆਂ ਦਿਖਾਈ ਦਿੱਤੀਆਂ, ਬਸ ਕੁਛ ਬਾਪੂ ਜੀ ਸੀਗੇ। ਮੈਨੂੰ ਐਂ ਲੱਗ ਰਿਹਾ ਸੀਗਾ ਜਿਵੇਂ ਅਸੀਂ ਜਾ ਕੇ ਸਾਨ ਕਰ ਰਹੇ ਹਾਂ ਇਹਨਾਂ ਦੇ ਉੱਤੇ। ਸਾਨੂੰ ਕੀ ਲੋੜ ਆ, ਸਾਨੂੰ ਕਿਹੜਾ ਕੋਈ ਕਿਸਾਨ ਜਥੇਬੰਦੀਆਂ ਵਾਲੇ ਡੀਜ਼ਲ ਪੈਟਰੋਲ ਪਾ ਕੇ ਦੇਣ ਦੇ ਵੀ ਆਪਾਂ ਜਾ ਕੇ ਐਜੂਕੇਟ ਕਰਦੇ ਸੀਗੇ। ਸਾਡੇ ਦਿਲ ਦੇ ਵਿੱਚ ਦਰਦ ਹੈ ਪੰਜਾਬ ਵਾਸਤੇ ਕਿ ਪੰਜਾਬ ਦੀ ਪਬਲਿਕ ਦੇ ਵਿੱਚ ਐ ਨਹੀਂ ਹੋਣਾ ਚਾਹੀਦਾ, ਪੰਜਾਬ ਦੇ ਵਿੱਚ ਇਹ ਜਿਹਾ ਵਟੀਰਾ ਨਹੀਂ ਹੋਣਾ ਚਾਹੀਦਾ। ਐਟਲੀਸਟ ਹੁਣ
ਆਪਾਂ ਇਸ ਟਾਈਮ ਦੇ ਉੱਤੇ ਇਹ ਜਿਹੜਾ ਇੱਕ ਐਡਾ ਵੱਡਾ ਮੋਰਚਾ ਲੱਗਾ ਜਿੱਥੇ ਇੰਟਰਨੈਸ਼ਨਲੀ ਸਾਰਿਆਂ ਦਾ ਇਹ ਅੱਖ ਹੈ ਇਸ ਟਾਈਮ ਦੇ ਉੱਤੇ ਵੀ ਇਸ ਮੋਰਚੇ ਦਾ ਕੀ ਬਣੂਗਾ। ਇਸ ਟਾਈਮ ਦੇ ਉੱਤੇ ਐਟਲੀਸਟ ਸਾਨੂੰ ਮੋਰਚੇ ਨੂੰ ਸਪੋਰਟ ਕਰਨਾ ਚਾਹੀਦਾ ਆ। ਅਸੀਂ ਜਾ ਕੇ ਮਾਨ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਨਾ ਨੈਸ਼ਨਲ ਮੀਡੀਆ ਦੇ ਸਾਹਮਣੇ ਜਾ ਕੇ ਕਹਿੰਦੇ ਅਸੀਂ ਪੰਜਾਬ ਤੋਂ ਹੈ, ਸਾਡੀ ਪੰਜਾਬ ਦੀ ਅਣਖ ਹੈ ਕਿ ਅਸੀਂ ਮੋਰਚਾ ਜਿੱਤ ਕੇ ਜਾਵਾਂਗੇ। ਸਾਡੇ ਇਤਿਹਾਸ ਦੇ ਵਿੱਚ ਸਾਡੇ ਗੁਰੂ ਸਾਹਿਬ ਨੇ ਕਦੇ ਕੋਈ ਲੜਾਈ ਨਹੀਂ ਹਾਰੀ, ਸਾਡੇ ਪੰਜਾਬੀਆਂ ਨੇ ਹਮੇਸ਼ਾ ਹਰ ਕੋਈ ਮੋਰਚਾ ਜਿੱਤਿਆ ਹੈ। ਜੇ ਅਸੀਂ ਕਹਿੰਦੇ ਹਾਂ ਕਿ ਕਿੱਥੇ ਮਾਣ ਕਰਦੇ ਹਾਂ ਤੁਹਾਡੇ ਲੋਕਾਂ ਦੇ ਉੱਤੇ, ਬਟ ਇਹ ਮੇਰੇ ਉੱਤੇ ਮਾਣ ਹੈ। ਬਾਕੀ ਪਿੰਡਾਂ ਨੂੰ ਵੀ ਇਸੇ ਤਰੀਕੇ ਨਾਲ ਉੱਠਣਾ ਚਾਹੀਦਾ, ਇਸੇ ਤਰੀਕੇ ਨਾਲ ਜਾਗਰੂਕ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਜੇ ਨਹੀਂ ਆਉਣਗੇ ਤੇ ਫਿਰ ਕੀ ਹੈ, ਫਿਰ ਇਹ ਮੋਰਚਾ ਕੀ ਭਾਵੇਂ ਭਗਤ ਸਿੰਘ ਦੇ ਚਾਚਾ ਜੀ ਨੇ, ਅਜੀਤ ਸਿੰਘ ਜੀ ਨੇ ਲਾਇਆ ਸੀਗਾ ਕਵੀ ਸੰਭਾਲ ਜੱਟਾ, ਇਹ ਲਾ ਲਿਆ। ਇਸ ਤੋਂ ਬਾਅਦ ਫਿਰ ਸਦੀਆਂ ਤੱਕ ਕੋਈ ਮੋਰਚਾ ਨਹੀਂ ਲੱਗੇਗਾ ਕਿਉਂਕਿ ਲੋਕਾਂ ਦੇ ਦਿਲ ਇੰਨੇ ਹੱਦ ਤੱਕ ਉੱਠ ਜਾਣਗੇ। ਜੇ ਆਪਾਂ ਜਿੱਤਾਂਗੇ ਤਾਂ ਲੋਕਾਂ ਦੇ ਵਿੱਚ ਹਿੰਮਤ ਵਧੂਗੀ ਕਿ ਆਪਣੇ ਹੋਰ ਵੀ ਗੱਲਾਂ ਦੀ ਜਿਹੜੀਆਂ ਇੰਨੇ ਵਿਗਾੜ ਹੈ ਸਾਡੇ ਵਿੱਚ, ਭਾਵੇਂ MSP ਫਿਕਸ ਕਰਨ ਦੇ ਹੈ, ਹਰ ਕੋਈ ਮੋਰਚਾ ਲਾ ਕੇ ਦਿੱਲੀ ਬੈਠੂਗਾ ਵੀ ਸਾਡੀਆਂ ਇਹ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ। ਫਿਰ ਜਿਹੜੇ ਸਿਆਸਤਕਾਰ ਦੇ ਜਿਹੜੇ ਪੋਲੀਟੀਸ਼ੀਅਨ ਸੀ ਇਹ ਵੀ ਤੁਹਾਡੇ ਤੋਂ ਡਰਨਗੇ। ਜਿਵੇਂ ਅੱਜ ਹਰਿਆਣੇ ਦੇ ਵਿੱਚ ਹੈ, ਹਰਿਆਣੇ ਦੇ ਵਿੱਚ ਉੱਥੋਂ ਦੀ BJP ਸਰਕਾਰ ਹੁੰਦਿਆਂ ਹੋਇਆਂ ਵੀ ਉਹ ਲੋਕੀ ਇੰਨੇ ਸਟਰੋਂਗ ਆਪਣੇ ਤੇ ਬੱਚੇ ਵੀ ਪਵਾਉਂਦੇ ਨੇ, ਪਿੰਡਾਂ ਦੇ ਵਿੱਚ ਕੱਟ ਵੀ ਕਰਦੇ ਨੇ, ਉਹਨਾਂ ਦਾ ਵਿਰੋਧ ਵੀ ਕਰਦੇ ਨੇ। ਅੱਜ ਉੱਥੇ ਖਾਪ ਪੰਚਾਇਤਾਂ ਦਾ ਸਿਸਟਮ ਹੈ ਹਜੇ ਵੀ ਆਪਣਾ ਪੁਰਾਣਾ, ਜਿਹੜਾ ਸਾਡੇ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਹੈ। ਉਹ ਵੀ ਸਾਡੇ ਪੁਰਾਣੇ ਪੰਜਾਬ ਦੇ ਨਾਲ ਜੁੜਿਆ ਹੋਇਆ ਸੀਗਾ। ਅੱਜ ਜੇ ਸਾਡੇ ਪੰਜਾਬ ਦੇ ਵਿੱਚ ਵੀ ਖਾਪ ਪੰਚਾਇਤਾਂ ਦਾ ਸਿਸਟਮ ਹੋਵੇ, 30-30, 40-40 ਪਿੰਡਾਂ ਦੀਆਂ ਖਾਪ ਪੰਚਾਇਤਾਂ ਇਕੱਠੇ ਸਰਪੰਚ ਬਹਿਣ, ਇੱਕ ਦੂਜੇ ਨਾਲ ਧੜੇਬਾਜ਼ੀ ਨਾ ਹੋਵੇ, ਤੁਹਾਨੂੰ ਕੀ ਲੱਗਦਾ ਜਿੰਨੇ ਵੱਡੇ ਲੀਡਰ ਨੇ ਆਪਸ ਵਿੱਚ ਬਹਿ ਕੇ ਡਿਨਰ ਤੇ ਨਹੀਂ ਬਹਿੰਦੇ? ਇਹਨਾਂ ਦੀਆਂ ਆਪਸ ਵਿੱਚ ਸਾਰਿਆਂ ਦੀਆਂ ਰਿਸ਼ਤੇਦਾਰੀਆਂ ਆਪਸ ਵਿੱਚ ਵਿਗਾੜਦੇ ਨੇ, ਤੁਹਾਡੇ ਪਿੰਡ ਲੈਵਲ ਦੇ ਉੱਤੇ ਤੁਹਾਨੂੰ ਲੜਾ ਦਿੰਦੇ ਨੇ। ਤੁਹਾਡੇ ਵਿੱਚ ਜੇ ਏਕਤਾ ਹੋਵੇ, ਤੁਸੀਂ ਇਸ ਪੋਲੀਟੀਸ਼ੀਅਨਸ ਨੂੰ ਵੀ ਜਵਾਬਦਾਰੀ ਕਰ ਸਕਦੇ ਹੋ, ਉਸ ਸਕਦੇ ਹੋ ਕਿ ਤੁਸੀਂ ਸਾਡੇ ਵਾਸਤੇ ਕੀ ਕੀਤਾ ਹੈ। ਜੇ ਮੈਂ ਗੱਲ ਕੀਤੀ ਹੈ MSP ਦੀ, ਜੇ ਤੁਹਾਡੇ ਵੀ ਇੱਥੇ ਖਾਪ ਪੰਚਾਇਤਾਂ ਹੋਣ ਹਰਿਆਣੇ ਵੱਲੋਂ, ਤੁਸੀਂ 25-30 ਪਿੰਡਾਂ ਦੀਆਂ ਖਾਪ ਪੰਚਾਇਤਾਂ ਇਕੱਠੀਆਂ ਕੀਤੀਆਂ ਹੋਣ, ਤੁਸੀਂ ਕਿਸੇ ਵੀ ਫਸਲ ਦੀ ਗੱਲ ਕਰੋ, ਤੁਸੀਂ ਆਪਣਾ ਏਕਾ ਕਰਕੇ ਪੂਰੇ ਪੰਜਾਬ ਨੂੰ ਇਕੱਠਾ ਕਰਕੇ ਹਮੇਸ਼ਾ ਜਿਵੇਂ ਇਹ ਮੋਰਚਾ ਕੀਤਾ ਹੈ, ਕਈ ਮੋਰਚੇ ਹੋਰ ਲੜ ਸਕਦੇ ਹੋ। ਇਹ ਤੇ ਯੂਨਿਟੀ ਦੀ ਗੱਲ ਹੈ ਨਾ। ਜੇ ਅੱਜ ਆਪਾਂ ਯੂਨਿਟੀ ਕਰਕੇ ਦਿੱਲੀ ਪਹੁੰਚ ਸਕਦੇ ਹਾਂ, ਅੱਜ ਸਰਕਾਰ ਸਾਡੇ ਅੱਗੇ ਝੁਕੀ ਪਈ ਹੈ, ਤੇ ਆਪਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਮੋਰਚਾ ਲੜ ਸਕਦੇ ਹਾਂ। ਬੇਸਿਕਲੀ ਤੇ ਸਾਡੇ ਵਾਸਤੇ ਏਕੇ ਦੀ ਤੇ ਹਿੰਮਤ ਦੀ ਲੋੜ ਹੈ। ਜੇ ਅਸੀਂ ਉੱਥੇ ਬੈਠੇ ਸਾਰੇ ਕਿਸਾਨ ਤੁਹਾਡੇ ਵੱਲ ਵੇਖਦੇ ਆ, ਪੰਜਾਬ ਦੇ ਜਿੰਨੇ ਵੀ ਕਿਸਾਨ ਆ ਸਾਡੀਆਂ ਮਾਵਾਂ ਵੱਲ ਵੇਖਦੇ ਆ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਪੰਜਾਬ ਦੇ ਵਿੱਚ ਇਸ ਟਾਈਮ ਦੇ ਉੱਤੇ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬਿਨਾਂ ਬਾਰੇ ਐਜੂਕੇਟ ਕਰਨਾ ਚਾਹੀਦਾ ਹੈ, ਜ਼ਿਆਦਾ ਤੋਂ ਜ਼ਿਆਦਾ ਸਾਡੇ ਮੋਰਚੇ ਬਾਰੇ ਐਜੂਕੇਟ ਕਰਨਾ ਚਾਹੀਦਾ ਹੈ ਵੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਜੁੜੀਏ, ਭਾਵੇਂ ਮੁਹਾਲੀ ਵਾਲੇ ਮੋਰਚੇ ਹੋਣ, ਭਾਵੇਂ ਕਿਤੋਂ ਦੇ ਵੀ ਮੋਰਚੇ ਹੋਣ, ਆਪਾਂ ਨੂੰ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਇਸ ਟਾਈਮ ਦੇ ਉੱਤੇ ਇਸ ਮੋਰਚੇ ਨੂੰ ਜਿੱਤਣ ਵਾਸਤੇ ਸਾਡੀ ਅਣਖ ਦਾ ਸਵਾਲ ਹੈ। ਔਰ ਖਾਸ ਕਰਕੇ ਇੱਥੇ ਜਿਹੜਾ ਇੱਕ ਸ਼ਬਦ ਹੈ MLA ਨੂੰ ਬਹੁਤ ਹੀ ਵੱਡਾ ਸਮਝਿਆ ਜਾਂਦਾ ਹੈ, ਜਦਕਿ MLA ਇੱਕ ਬਹੁਤ ਹੀ ਛੋਟਾ ਸ਼ਬਦ ਹੈ। ਉਹ ਇਹਦੇ ਇੱਕ ਸਰਕਾਰੀ EMPLOYE ਹੈ, ਤੁਹਾਡਾ ਪਬਲਿਕ ਸਰਵੈਂਟ ਲਾਇਆ ਹੋਇਆ ਹੈ, ਜਿਹਨੂੰ ਤੁਸੀਂ ਜਵਾਬਦਾਰੀ ਜਿਹਦੇ ਕੋਲੋਂ ਤੁਸੀਂ ਲੈ ਸਕਦੇ ਹੋ। ਜਦੋਂ ਵੀ MLA ਦਾ ਕੋਈ ਵੀ ਕਾਗਜ਼ ਭਰਦਾ ਹੈ, ਸਭ ਤੋਂ ਪਹਿਲਾਂ ਆਪਣੀ ਪ੍ਰਾਪਰਟੀ ਦਿਖਾਉਂਦਾ ਹੈ ਵੀ ਭਾਈ ਮੇਰੇ ਕੋਲ ਇਹ ਹੈ, ਔਰ ਉਹਨੂੰ ਸਰਕਾਰੀ ਨੌਕਰੀ ਮਿਲਦੀ ਤੁਹਾਡੀਆਂ ਵੋਟਾਂ ਕਰਕੇ, ਹਨਾ, ਸਾਰਾ ਕੁਝ ਵਧੀਆ ਹੈ। ਪਰ ਤੁਸੀਂ ਜਦੋਂ 5 ਸਾਲਾਂ ਬਾਅਦ ਜਦੋਂ ਕੋਈ ਇੰਨਾ ਕੁਛ ਆ ਜਾਂਦਾ, ਕਦੀ ਕਿਸੇ ਨੇ ਉਹਨੂੰ ਪੁੱਛਿਆ ਵੀ ਦੇਖੋ ਭਰਾ ਕਿੱਥੋਂ ਆਇਆ, ਤੇਰੇ ਕੋਲ ਤੇ ਸੀਗਾ ਨਹੀਂ ਇਹ ਸਾਰਾ ਕੁਝ। ਜਦੋਂ ਤੱਕ ਅਸੀਂ ਜਵਾਬਦਾਰੀ ਨਹੀਂ ਲਵਾਂਗੇ, ਉਦੋਂ ਤੱਕ ਕੋਈ ਵੀ ਆਨਸਰੇਬਲ ਨਹੀਂ ਹੋਊਗਾ। ਆਪਾਂ ਦੇ ਵਿੱਚ ਸਿਰਫ ਇੱਕੋ ਕਮੀ ਹੈ ਕਿ ਆਪਾਂ ਸੋਚਦੇ ਹਾਂ ਮੈਂ ਕਿਉਂ ਕਰਾਂ, ਐਵੇਂ ਮੈਨੂੰ ਕੀ ਲੋੜ ਹੈ, ਮੈਂ ਤੇ ਆਪਣਾ ਕੰਮ ਕਰਾਂਗਾ। ਸਰਪੰਚ ਨੂੰ ਲੱਗੂਗਾ ਮੈਂ ਆਪਣੇ ਕੰਮ ਕਰਾਉਣਾ, ਦੂਜੇ ਨੂੰ ਲੱਗੂਗਾ ਮੈਂ ਆਪਣੇ ਕੰਮ ਕਰਾਉਣਾ। ਪਿਛਲੇ ਪਿੰਡਾਂ ਦੇ ਵਿੱਚ ਲੋਕੀ ਮੇਰੇ ਕੋਲ ਹੋ ਕੇ ਮੇਰੇ ਭਰਾ ਕਰੀ ਆ ਰਹੇ, ਕਹਿੰਦੇ ਕਿ ਸਾਡੇ ਤਾਂ ਪਰਚੇ ਕਰਾਤੇ ਪੈਣਾ, ਆਪਾਂ ਕੀ ਕਰੀਏ, ਆਪਾਂ ਇਕੱਲੇ ਕਿਵੇਂ ਕਰੀਏ। ਮੈਂ ਕਿਹਾ ਆਪਾਂ ਜੇ ਬੋਲਦੇ ਆ ਪਿੰਡ ਵਾਲੇ ਸਾਡਾ ਵਿਰੋਧ ਕਰਦੇ ਆ, ਧੜੇਬਾਜ਼ੀ ਲੈ ਕੇ ਸਾਡੇ ਕੋਲ ਆਉਂਦੇ ਆ। ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਜੇ ਅਸੀਂ ਮੋਦੀ ਕੋਲੋਂ ਨਹੀਂ ਨਾ ਡਰਦੇ, ਸਾਡੇ ਪ੍ਰਾਈਮ ਮਿਨਿਸਟਰ ਕੋਲ, ਜੇ ਅਸੀਂ 22 ਤਰੀਕ ਤੇ ਜੱਥੇ ਤੇ ਜਾ ਸਕਦੇ ਆ ਨਾ, ਤੇ ਮੈਂ ਤੁਹਾਡੇ ਵਾਸਤੇ ਆਉਂਗੀ, ਮੇਰੇ ਤੇ ਪਰਚੇ ਉਹਨੂੰ ਕਰਵਾ ਲਓ ਜਿੰਨੇ ਕਰਵਾਉਣੇ ਆ, ਆਪਾਂ ਤੁਹਾਡੇ ਵਾਸਤੇ ਖੜਾਂਗੇ। ਜੇ ਤੁਹਾਡਾ ਏਕਾ ਹੋਊਗਾ ਨਾ, ਤੁਹਾਨੂੰ ਕੋਈ ਨਹੀਂ ਕੁਝ ਕਹਿ ਸਕਦਾ। ਸੋ ਇਹ ਸਨ ਕੁਝ ਖਬਰਾਂ ਤੇ ਵੀਡੀਓਜ਼ ਜਿਹੜੀਆਂ ਅੱਜ ਦਾ ਦਿਨ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ, ਜਿਨ੍ਹਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ, ਤੇ ਤੁਸੀਂ ਵੇਖਦੇ ਰਹੋ TV ਪੰਜਾਬ।